सतनाम। धन वाहिगुरु साहिब जीओ। एक ओंकार सतनाम करता पुरख निर्भव निर्वैर अकाल मूरत आजूनी सैभं गुर प्रसाद। दंडौत बंदन अनेक बार सर्व कला समरथ डोलन ते राखो प्रभु नानक दे कर हथ। अगम गोचर सच साहिब मेरा नानक बोले बुलाया तेरा। नानक बोले बुलाया तेरा। गरीब नवाज परम कृपालु पिता धन धन साहिब श्री गुरु ग्रंथ साहिब जी महाराज जिन्हां दी पावन पवित्र हजूरी दे अंदर आप समूह सत्संगी जन हाजरी भर लाहा प्राप्त कर रहे हो। सो आओ गुरु साहिब जी की बख्शिश दे पात्र बनीए। जो धन गुरु नानक देव महाराज जी का पावन पवित्र इतिहास है वो आप हर रोज़ सरवण कर रहे हैं। सो करो कृपा फतेह दी सांझ पाओ। आखो जी वाहिगुरु जी का खालसा वाहिगुरु जी की फतेह। करो कृपा जी जपो वाहिगुरु 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 वाहिगुरु
सतनाम श्री धन गुरुदेव पिता साहिब श्री गुरु नानक देव जी महाराज, जिन्हां दा पावन पवित्र इतिहास आपां हर रोज़ सरवण कर रहे हां। ਤਾਂ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਾਲਸਰਾਏ ਜੌਹਰੀ ਦੇ ਨਾਲ ਜੋ ਮਹਾਰਾਜ ਜੀ ਦੀ ਵਾਰਤਾਲਾਪ ਹੋਈ ਸੀ ਉਹ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਸਾਲਸਰਾਏ ਜੌਹਰੀ ਜੋ ਪਟਨੇ ਸਾਹਿਬ ਦੀ ਧਰਤੀ 'ਤੇ ਰਹਿੰਦਾ, ਇਹਦਾ ਨਾਮ ਪਾਟਲੀ ਪੁੱਤਰ ਸੀ ਪਹਿਲਾਂ। ਤਾਂ ਇੱਥੇ ਗੁਰੂ ਸਾਹਿਬ ਜੀ ਗਏ ਸਨ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਇੱਕ ਕੀਮਤੀ ਲਾਲ ਦੇ ਕੇ ਭੇਜਿਆ ਸੀ, ਜਿੰਦੀ ਪਛਾਣ ਸਿਰਫ ਸਾਲਸਰਾਏ ਜੌਹਰੀ ਨੇ ਕੀਤੀ ਸੀਗੀ ਕਿ ਇਹ ਲਾਲ ਬਹੁਤ ਬੇਸ਼ਕੀਮਤੀ ਹੈ, ਇਹਦੀ ਕੋਈ ਕੀਮਤ ਨਹੀਂ, ਸਿਰਫ ਦਰਸ਼ਨੀ ਭੇਟਾ ਹੀ ਉਹਦੀਆਂ 100 ਮੋਹਰਾਂ ਉਹਨੇ ਦਿੱਤੀਆਂ ਸਨ, ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ। ਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਮਹਾਰਾਜ ਇਹ ਹੀਰਾ ਇੱਕ ਹੈ, ਪੱਥਰ ਇੱਕ ਹੈ, ਪਰ ਇਹਦੀ ਕੀਮਤ ਪਾਉਣ ਵਾਲੇ ਵੱਖੋ ਵੱਖਰੇ ਨੇ। ਕੋਈ ਇਹਦੀ ਕੀਮਤ 2 ਸਬਜ਼ੀਆਂ ਦੇ ਕੇ ਪਾਉਂਦਾ ਸੀਗਾ, ਕੋਈ ਥੋੜ੍ਹਾ ਜਿਹਾ ਕੱਪੜਾ ਦੇ ਕੇ, ਕੋਈ 4 ਕੌਡੀਆਂ ਦੇ ਕੇ, ਤੇ ਇੱਕ ਨੇ ਇਹਦੀ ਕੀਮਤ ਨਹੀਂ ਪਾਈ, ਇਹਦਾ ਸਿਰਫ ਸਤਿਕਾਰ ਵਜੋਂ ਹੀ 100 ਮੋਹਰਾਂ ਦੇ ਦਿੱਤੀਆਂ। ਕਾਰਨ ਕੀ ਮਹਾਰਾਜ? ਵਸਤੂ ਇੱਕ ਹੁੰਦੀ ਹੈ, ਉਹਦਾ ਮੁੱਲ ਇੰਨਾ ਵੱਖਰਾ ਵੱਖਰਾ ਕਿਉਂ ਹੋ ਜਾਂਦਾ ਹੈ? ਜਾਂ ਕਈ ਵਾਰੀ ਬਹੁਤ ਬੇਸ਼ਕੀਮਤੀ ਚੀਜ਼ਾਂ ਹੁੰਦੀਆਂ ਨੇ ਇਸ ਸੰਸਾਰ ਵਿੱਚ, ਉਹਨਾਂ ਦੀ ਨਰਾਦਰੀ ਕਿਉਂ ਹੋ ਜਾਂਦੀ ਹੈ? ਮਹਾਰਾਜ ਜੀ ਨੇ ਕਿਹਾ, ਵੇਖ ਭਲਿਆ, ਇਹ ਸਭ ਇਨਸਾਨ ਦੀ ਸਮਝ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ਜੇ ਇਨਸਾਨ ਨੂੰ ਕਿਸੇ ਚੀਜ਼ ਦੀ ਕੀਮਤ ਦਾ ਪਤਾ ਹੈ ਤੇ ਉਹਦੀ ਨਿਗਾਹ ਵਿੱਚ ਉਹ ਹੀਰਾ ਹੀਰਾ ਹੈ, ਨਹੀਂ ਤੇ ਉਹਦੀ ਨਿਗਾਹ ਵਿੱਚ ਹੀਰਾ ਵੀ ਇੱਕ ਕੌਡੀਆਂ ਦੇ ਭਾਅ ਇੱਕ ਪੱਥਰ ਹੀ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਆਖੋ ਸਤਨਾਮ ਸ਼੍ਰੀ। ਗੱਲ ਤਾਂ ਦ੍ਰਿਸ਼ਟੀ ਦੀ ਹੈ, ਸੋਚ ਦੀ ਹੈ, ਸਮਝ ਦੀ ਹੈ। ਇਨਸਾਨ ਨੂੰ ਜਿੰਨੀ ਕੁ ਸਮਝ ਹੁੰਦੀ ਹੈ ਉਸ ਹਿਸਾਬ ਨਾਲ ਹੀ ਉਹ ਕਿਸੇ ਨੂੰ ਵੇਖਦਾ ਹੈ, ਉਹਦੀ ਕਦਰ ਕਰਦਾ ਹੈ, ਕੀਮਤ ਪਾਉਂਦਾ ਹੈ। ਤਾਂ ਇਹ ਜਿਹੜਾ ਅਨੁਭਵ ਹੈ ਨਾ, ਜੋ ਅਨੁਭਵ ਪ੍ਰਕਾਸ਼ ਹੈ, ਗਿਆਨ ਹੈ, ਅੰਦਰ ਦੀ ਸੋਝੀ ਹੈ, ਇਹ ਹੋਣੀ ਬੜੀ ਜ਼ਰੂਰੀ ਹੈ। ਗੁਰੂ ਦੀ ਬਾਣੀ ਬਹੁਤ ਬੇਸ਼ਕੀਮਤੀ ਹੈ, ਰੱਬ ਬਹੁਤ ਅਮੋਲਕ ਹੈ, ਉਹਦਾ ਨਾਮ ਬਹੁਤ ਅਮੋਲਕ ਹੈ, ਪਰ ਅਸੀਂ ਇਸ ਵਸਤੂ ਦੇ ਵਣਜਾਰੇ ਹੀ ਨਹੀਂ। ਤੇ ਮਹਾਰਾਜ ਕਹਿੰਦੇ, ਵਿਣ ਗੁਣ ਗਾਹਕ ਵੇਚੀਐ ਤੇ ਤੋ ਗੁਣ ਸਹਿਗੋ ਜਾਏ। ਮਹਾਰਾਜ ਕਹਿੰਦੇ, ਗਾਹਕ ਤੋਂ ਬਗੈਰ ਗੁਣ ਵੀ ਵੇਚੋਗੇ ਕੋਈ ਤੇ ਉਹਦੀ ਕੀਮਤ ਪਾਉਣ ਵਾਲਾ ਹੀ ਨਹੀਂ, ਤੇ ਉਹ ਕੌਡੀਆਂ ਦੇ ਭਾਅ ਵੀ ਕਿਸੇ ਨੇ ਖਰੀਦਣਾ ਨਹੀਂ। ਆਖੋ ਸਤਨਾਮ ਸ਼੍ਰੀ। ਗਾਹਕ ਹੋਣਾ ਬੜਾ ਜ਼ਰੂਰੀ ਹੈ। ਜੇ ਗਾਹਕ ਹੈ ਤੇ ਵਸਤੂ ਦੀ ਕੀਮਤ ਹੈ, ਜੇ ਗਾਹਕ ਹੀ ਨਹੀਂ ਹੈ ਤੇ ਉਹ ਭਾਵੇਂ ਹੀਰਾ ਵੀ ਹੋਵੇ। ਵੇਖੋ ਅੱਜ ਹੀ ਲੋਕ ਹੀਰਾ ਖਰੀਦਣਾ ਬੰਦ ਕਰ ਦੇਣਾ ਤੇ ਇੱਕ ਪੱਥਰ ਹੀ ਰਹਿ ਜਾਣਾ। ਆਖੋ ਸਤਨਾਮ ਸ਼੍ਰੀ। ਕੁਝ ਵੀ ਨਹੀਂ ਰਹਿ ਜਾਣਾ। ਸੋਨੇ ਦੀ ਕੀਮਤ ਤਾਂ ਹੈ ਜੇ ਗਾਹਕ ਹੈਗੇ ਆ, ਹੀਰੇ ਦੀ ਕੀਮਤ ਤਾਂ ਹੈ ਜੇ ਗਾਹਕ ਹੈਗੇ ਆ। ਕੋਈ ਵੀ ਅਮੋਲਕ ਵਸਤੂ ਹੈ, ਉਹਦੀ ਕੀਮਤ ਤਾਂ ਹੈ ਜੇ ਉਹਦੇ ਗਾਹਕ ਹੈਗੇ, ਜੇ ਗਾਹਕ ਹੀ ਨਹੀਂ ਤੇ ਉਹਦੀ ਕੋਈ ਕੀਮਤ ਨਹੀਂ। ਆਖੋ ਸਤਨਾਮ ਸ਼੍ਰੀ। ਕੋਈ ਕੀਮਤ ਨਹੀਂ। ਪਰ ਇੱਕ ਅਮੋਲਕ ਵਸਤੂ ਹੈ, ਉਹ ਕੀ ਹੈ? ਰੱਬੀ ਪ੍ਰੇਮ, ਰੱਬੀ ਗੁਣ, ਰੱਬੀ ਮਿਲਾਪ ਜਿਹੜਾ ਹੈ ਨਾ, ਉਹ ਅਮੋਲਕ ਹੈ। ਉਹਦੀ ਵੀ ਕੋਈ ਕੀਮਤ ਨਹੀਂ ਹੈ, ਪਰ ਗੁਰੂ ਨੇ ਉਹ ਫ੍ਰੀ ਵਿੱਚ ਦਿੱਤਾ ਹੈ, ਸਭ ਨੂੰ ਬਖਸ਼ਿਸ਼ ਦੇ ਤੌਰ 'ਤੇ ਦਿੱਤਾ ਹੈ। ਤੇ ਜਦੋਂ ਕੋਈ ਚੀਜ਼ ਫ੍ਰੀ ਵਿੱਚ ਮਿਲ ਜਾਏ ਨਾ, ਗਿਫਟ ਵਜੋਂ ਮਿਲ ਜਾਏ, ਤੇ ਇਨਸਾਨ ਨੂੰ ਉਹਦੀ ਕਦਰ ਨਾ ਹੋਵੇ
ਤੇ ਵਪਾਰੀ ਬਿਰਤੀ ਵਾਲਾ ਇਨਸਾਨ ਫਿਰ ਗਿਫਟ ਦੀ ਨਰਾਦਰੀ ਕਰਦਾ। ਆਖੋ ਸਤਿਨਾਮ ਸ਼੍ਰੀ। ਕਿਉਂਕਿ ਗਿਫਟ ਤਾਂ ਪਿਆਰ ਵਿੱਚ ਦਿੱਤਾ ਜਾਂਦਾ ਹੈ, ਗਿਫਟ ਦੀ ਥੋੜ੍ਹੀ ਕੀਮਤ ਹੁੰਦੀ ਹੈ। ਕੀਮਤ ਤਾਂ ਬੰਦੇ ਦੇ ਭਾਵ ਦੀ ਹੁੰਦੀ, ਪ੍ਰੇਮ ਦੀ ਹੁੰਦੀ ਕਿ ਉਹਨੇ ਕਿਸ ਪ੍ਰੇਮ ਵਿੱਚ ਆ ਕੇ ਦਿੱਤਾ ਹੈ। ਇਹ ਤਾਂ ਮਹਾਰਾਜ ਜੀ ਨੇ ਸਾਨੂੰ ਬਾਣੀ ਪ੍ਰੇਮ ਵਿੱਚ ਆ ਕੇ, ਜਗਤ ਦੇ ਭਲੇ ਵਿੱਚ ਆ ਕੇ ਦਿੱਤੀ ਹੈ, ਤੇ ਹੈ ਵੀ ਬੇਸ਼ਕੀਮਤੀ। ਪਰ ਅਸੀਂ ਵਪਾਰੀ ਲੋਕ, ਵਪਾਰ ਵਾਲੀ ਸਾਡੀ ਬਿਰਤੀ, ਅਸੀਂ ਸੰਸਾਰ ਦੇ ਹਿਸਾਬ 'ਤੇ ਸੋਚਦੇ ਰਹੇ ਨੇ ਸਾਨੂੰ ਕੀ ਮਿਲਿਆ ਕੀ ਨਹੀਂ ਮਿਲਿਆ, ਤਾਂ ਸਾਨੂੰ ਇਸ ਵਿੱਚੋਂ ਪ੍ਰੇਮ ਨਹੀਂ ਦਿਖਦਾ ਗੁਰੂ ਸਾਹਿਬ ਜੀ ਦਾ। ਆਖੋ ਸਤਿਨਾਮ ਸ਼੍ਰੀ। ਇਹ ਪ੍ਰੇਮ ਦੀ ਖੇਡ ਹੈ, ਅਮੁੱਲ ਖੇਡ ਹੈ। ਤਾਂ ਮਹਾਰਾਜ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਕੀਮਤ ਤਾਂ ਪੈ ਸਕਦੀ ਹੈ ਜੇ ਇਨਸਾਨ ਉਹਦੀ ਕਦਰ ਕਰਨ ਵਾਲਾ ਹੋਵੇ। ਜੇ ਕਦਰ ਕਰਨ ਵਾਲਾ ਨਹੀਂ, ਉਹਦਾ ਗਾਹਕ ਨਹੀਂ, ਉਹਨੂੰ ਉਹਦੀ ਪਛਾਣ ਨਹੀਂ ਹੈ, ਤਾਂ ਇੱਥੇ ਇਨਸਾਨ ਕਿਸੇ ਦੀ ਕਦਰ ਨਹੀਂ ਕਰਦਾ। ਉਹ ਭਾਵੇਂ ਆਪਣਾ ਜੀਵਨ ਸਾਥੀ ਹੋਵੇ, ਭਾਵੇਂ ਮਾਂ ਪਿਓ ਹੋਣ, ਭਾਵੇਂ ਭੈਣ ਭਰਾ ਹੋਣ, ਭਾਵੇਂ ਆਪਣਾ ਆਲਾ ਦੁਆਲਾ ਹੋਵੇ, ਤੇ ਭਾਵੇਂ ਹੋਵੇ ਰੱਬ, ਭਾਵੇਂ ਹੋਵੇ ਗੁਰੂ। ਇਨਸਾਨ ਜਦੋਂ ਬੇਸਮਝ ਹੋਵੇ, ਬਦ ਦਿਮਾਗ ਹੋਵੇ, ਤਾਂ ਇਨਸਾਨ ਨੂੰ ਉਹਦੀ ਕਦਰ ਕੋਈ ਨਹੀਂ। ਆਖੋ ਸਤਿਨਾਮ ਸ਼੍ਰੀ। ਕਦਰ ਕੋਈ ਨਹੀਂ, ਕੋਈ ਕਦਰ ਨਹੀਂ ਪਾਉਂਦਾ। ਇਸ ਕਰਕੇ ਕੀਮਤ ਕਦਰ ਜਾਣਨ ਵਾਸਤੇ ਆਪਣੇ ਆਪ ਨੂੰ ਪਛਾਣਨਾ ਪੈਂਦਾ ਹੈ। ਆਪਣੇ ਆਪ ਨੂੰ ਕਿਸੇ ਪ੍ਰਕਿਰਿਆ ਦੇ ਵਿੱਚੋਂ ਗੁਜ਼ਾਰਨਾ ਪੈਂਦਾ, ਤਾਂ ਜਾ ਕੇ ਕੋਈ ਕਲਾ ਵਰਤਦੀ ਹੈ, ਐਵੇਂ ਨਹੀਂ। ਤਾਂ ਮਹਾਰਾਜ ਕਹਿੰਦੇ ਵੇਖ ਭਲਿਆ, ਇਹ ਬਾਣੀ ਅਮੋਲਕ ਹੈ, ਬਚਨ ਅਮੋਲਕ ਨੇ, ਅੰਮ੍ਰਿਤ ਅਮੋਲਕ ਹੈ। ਪਰ ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਾਪਾਰੀ ਜਿਉ। ਅੰਮ੍ਰਿਤ ਦੀ ਸਾਰ ਉਹਨੂੰ ਪਏਗੀ ਜਿਹਨੂੰ ਅੰਮ੍ਰਿਤ ਦੀ ਕੀਮਤ ਦਾ ਪਤਾ ਹੈ, ਤੇ ਜਿਹਨੂੰ ਕੀਮਤ ਦਾ ਹੀ ਨਹੀਂ ਪਤਾ ਉਹ ਕਹਿ ਗਿਆ ਕਿ ਮਿੱਠਾ ਪਾਣੀ, ਹੋਰ ਕੁਝ ਨਹੀਂ। ਆਖੋ ਸਤਿਨਾਮ ਸ਼੍ਰੀ। ਉਹ ਕੁਝ ਨਹੀਂ, ਉਹਨੂੰ ਪਤਾ ਹੀ ਨਹੀਂ ਹੈ। ਤੇ ਜਿਹਨੂੰ ਪਤਾ ਹੀ ਨਹੀਂ ਹੈ, ਤੇ ਉਹਨੂੰ ਧੱਕੇ ਨਾਲ ਵੀ ਛਕਾਓ, ਧੱਕੇ ਨਾਲ ਵੀ ਲਿਆਓ, 4 ਦਿਨਾਂ ਬਾਅਦ ਫਿਰ ਉਹੋ ਜਿਹੇ ਹੋ ਜਾਏਗਾ। ਆਖੋ ਸਤਿਨਾਮ ਸ਼੍ਰੀ। ਤਾਂ ਇਹ ਕੀਮਤੀ ਚੀਜ਼ਾਂ ਨੇ। ਨਾਮ ਕੀਮਤੀ ਹੈ, ਬਾਣੀ ਕੀਮਤੀ ਹੈ, ਰੱਬੀ ਮਿਲਾਪ ਕੀਮਤੀ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵਹਿ, ਅਮੁੱਲ ਲੈ ਜਾਏ, ਅਮੁੱਲ ਭਾਏ, ਅਮੁੱਲਾ ਸਮਾਏ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਮਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਇਹ ਜਿਹੜਾ ਅਸੀਂ ਸਿਰ ਵੀ ਦਿੱਤਾ ਹੈ ਨਾ ਅੰਮ੍ਰਿਤ ਵਾਸਤੇ, ਇਹ ਵੀ ਕੀਮਤ ਨਹੀਂ, ਇਹ ਵੀ ਬਖਸ਼ਿਸ਼ ਹੀ ਮਿਲਿਆ ਸਭ ਕੁਝ। ਆਖੋ ਸਤਿਨਾਮ ਸ਼੍ਰੀ। ਸਿਰ ਭੇਟਾ ਕੀਤਾ ਸੀ, ਨਾ ਕਿ ਉਹਦੀ ਕੀਮਤ ਪਾਈ ਸੀ। ਭੇਟਾ ਹੁੰਦਾ ਕਿ ਮਹਾਰਾਜ ਮੈਂ ਇਹਦੀ ਕੀਮਤ ਤਾਂ ਨਹੀਂ ਪਾ ਸਕਦਾ, ਪਰ ਜੋ ਮੇਰੇ ਕੋਲ ਸਭ ਤੋਂ ਕੀਮਤੀ ਚੀਜ਼ ਹੈ, ਸਿਰ ਹੈ, ਇਹ ਲੈ ਲਓ ਤੇ ਬਖਸ਼ਿਸ਼ ਵਿੱਚ ਦੇ ਦਿਓ। ਤਾਂ ਬਖਸ਼ਿਸ਼ ਵਿੱਚ ਸਭ ਕੁਝ ਦਿੱਤਾ ਹੈ ਗੁਰੂ ਸਾਹਿਬ ਜੀ ਨੇ, ਇਹਦੀ ਕੀਮਤ ਕੋਈ ਨਹੀਂ ਹੈ। ਤਾਂ ਸਿੱਖੋ ਬੇਕਦਰੀ ਨਾ ਕਰੋ ਗੁਰਬਾਣੀ ਦੀ, ਗੁਰਬਾਣੀ ਨੂੰ ਠੇਕੇ 'ਤੇ ਨਾ ਪੜ੍ਹਾਓ, ਆਪ ਪੜ੍ਹੋ, ਆਪ ਪੜ੍ਹੋ, ਕੀਮਤ ਪਾਓ, ਇਹਦੀ ਕਦਰ ਕਰੋ, ਇਹਦੀ ਬੇਕਦਰੀ ਨਾ ਕਰੋ। ਗੁਰੂ ਨਾਲ ਵਪਾਰ ਨਹੀਂ ਕਰੀਦਾ ਹੁੰਦਾ, ਗੁਰੂ ਤੋਂ ਸਿੱਖ ਕੇ ਵਪਾਰ ਕਰੀਦਾ ਹੁੰਦਾ। ਆਖੋ ਸਤਿਨਾਮ ਸ਼੍ਰੀ। ਗੁਰੂ ਦਾ ਹੀ ਨਾ ਵਪਾਰ ਕਰਨਾ ਸ਼ੁਰੂ ਕਰ ਦਿਓ। ਬਾਣੀ ਦਾ ਵਪਾਰ ਕਰਨਾ ਸ਼ੁਰੂ ਕਰਤਾ ਸੀ, ਬਾਣੀ ਵੇਚਣੀ ਸ਼ੁਰੂ ਕਰਤੀ। ਬਾਣੀ ਮੰਨਣ ਵਾਸਤੇ ਹੁੰਦੀ ਹੈ, ਜੀਵਨ ਵਿੱਚ ਕਮਾਉਣ ਵਾਸਤੇ ਹੁੰਦੀ ਹੈ। ਤਾਂ ਇਹ ਬੇਸ਼ਕੀਮਤੀ ਗੁਰਬਾਣੀ ਹੈ ਸਾਡੇ ਕੋਲ। ਤਾਂ ਮਹਾਰਾਜ ਸਾਲਸਰਾਏ ਜੌਹਰੀ ਅਤੇ ਉਹਦਾ ਜਿਹੜਾ ਨੌਕਰ ਸੀ ਅਧਰਕਾ, ਉਹਨਾਂ ਨੂੰ ਰੱਬੀ ਪ੍ਰੇਮ ਵਿੱਚ ਲਾ ਕੇ ਉੱਥੇ ਧਰਮਸ਼ਾਲਾ ਬਣਾ ਕੇ ਮਹਾਰਾਜ ਗਏ। ਕਿਉਂਕਿ ਇੱਥੇ ਬਹੁਤ ਸਤਸੰਗ ਹੋਣ ਲੱਗ ਪਿਆ ਸੀ, ਪ੍ਰੇਮ ਵਿੱਚ ਆ ਗਏ ਸੀ, ਬੜਾ ਅਮੀਰ ਸੀ ਇਨਸਾਨ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸੇ ਨਗਰ ਵਿੱਚ ਆਏ ਸਨ। ਤਾਂ ਇਹ ਗੜ੍ਹ ਪਹਿਲਾਂ ਮਹਾਰਾਜ ਜੀ ਬਣਾ ਗਏ ਸਨ। ਤਾਂ ਇਹਦੇ ਤੋਂ ਪਹਿਲਾਂ ਕੁਝ ਸਾਖੀਆਂ ਆਉਂਦੀਆਂ ਨੇ ਇਤਿਹਾਸ ਦੇ ਵਿੱਚ ਕਿ ਗੁਰੂ ਸਾਹਿਬ ਜੀ ਪ੍ਰਯਾਗਰਾਜ ਗਏ, ਕਾਂਚੀ ਬਨਾਰਸ ਦੇ ਵਿੱਚ ਗਏ। ਉੱਥੇ ਕੁਝ ਪੰਡਤਾਂ ਦੇ ਨਾਲ ਵਿਚਾਰ ਚਰਚਾ ਹੋਈ ਹੈ। ਵਿਚਾਰ ਚਰਚਾ ਹੋਈ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਇਹ ਪੰਡਤ ਲੋਕ ਆਏ ਨੇ,
ਤੇ ਗੁਰੂ ਕੇ ਪਿਆਰਿਓ, ਇਹਨਾਂ ਦੇ ਨਾਲ ਵਿਚਾਰ ਚਰਚਾ ਹੋਈ। ਇੱਕ ਇਤਿਹਾਸ ਭਾਈ ਮਾਨ ਸਿੰਘ ਝੌਰ ਹੋਏ ਆ, ਬਹੁਤ ਵੱਡੇ ਕਥਾਵਾਚਕ ਹੋਏ, ਆਖੋ ਸਤਿਨਾਮ ਸ਼੍ਰੀ। ਉਹਨਾਂ ਨੇ ਆਪਣੇ ਇੱਕ ਲੈਕਚਰ ਦੇ ਵਿੱਚ ਗੱਲ ਨੂੰ ਕੋਟ ਕੀਤਾ, ਮੈਂ ਉਹ ਸੁਣਾਉਣ ਲੱਗਿਆ। ਉਹ ਕਹਿਣ ਲੱਗੇ, ਕਹਿੰਦੇ ਇੱਕ ਬਹੁਤ ਚਤੁਰ ਬੁੱਧੀ ਦਾ ਇੱਕ ਬੱਚਾ ਸੀਗਾ, ਹੈ ਪੰਡਤਾਂ ਦਾ ਲੜਕਾ ਸੀਗਾ ਤੇ ਬਹੁਤ ਸਿਆਣਾ ਸੀ, ਬੜਾ ਸਿਆਣਾ। ਤੇ ਛੋਟੀ ਉਮਰ ਦੇ ਵਿੱਚ ਹੀ ਉਹਨੇ ਪੁਰਾਣ ਪੜ੍ਹਨੇ ਸ਼ੁਰੂ ਕਰ ਦਿੱਤੇ, ਵੇਦ ਪੜ੍ਹਨੇ ਸ਼ੁਰੂ ਕਰ ਦਿੱਤੇ। ਹਿੰਦੂ ਪੁਰਾਣ ਦੇ ਜੋ ਵੀ ਮਤ ਸਨ ਉਹਨੇ ਸਾਰੇ ਗ੍ਰੰਥ ਪੜ੍ਹ ਲਏ। ਤੇ ਤੀਖਣ ਬੁੱਧੀ ਹੋਣ ਕਰਕੇ ਮੈਮਰੀ ਉਹਦੀ ਕੰਮ ਕਰਦੀ ਸੀ, ਯਾਦ ਕਰ ਲੈਂਦਾ ਸੀ ਸਭ ਕੁਝ ਫਟਾਫਟ। ਤੇ ਚਲਾਕ ਬੜਾ ਸੀਗਾ। ਹੁਣ ਚਲਾਕ ਹੋਣ ਦੇ ਨਾਲ ਨਾਲ ਉਹਨੂੰ ਸਾਰੀ ਵਿਦਿਆ ਕੰਠ ਹੋ ਗਈ। ਜਿਹੜੇ ਗ੍ਰੰਥ ਦਾ ਹਵਾਲਾ ਦੇਣਾ ਉਹਨੇ ਫਟਾਫਟ ਦੇ ਦੇਣਾ, ਕੋਈ ਗੱਲ ਕਰਨੀ ਫਟਾਫਟ ਉਹਨੇ ਸੁਣਾ ਦੇਣੀ। ਵੇਖੋ, ਇੱਕ ਹੈ ਸਾਡੇ ਕੋਲੇ ਜਿਹੜਾ ਦਿਮਾਗ ਗਿਆਨ, ਇੱਕ ਦਿਮਾਗ ਰਾਹੀਂ ਵਰਤਦਾ ਹੈ। ਉਹ ਦਿਮਾਗ ਉਹਨੂੰ ਗ੍ਰਹਿਣ ਕਰਦਾ, ਪਹਿਲਾਂ ਸਿੱਖਦਾ ਕਿਤੋਂ। ਆਪਾਂ ਕੋਈ ਵੀ ਵਿਦਿਆ ਸਿੱਖਦੇ ਹਾਂ, ਉਸ ਵਿਦਿਆ ਦੇ ਵਿੱਚ ਸੱਚ ਵੀ ਹੁੰਦਾ ਹੈ, ਪਰ ਜੇ ਸਾਡੀ ਮੱਤ ਝੂਠ ਹੈ ਨਾ, ਜੇ ਮੇਰੇ ਅੰਦਰ ਕੋਈ ਕਪਟ ਹੈ, ਵਕਾਰ ਹੈ, ਖੋਟੀ ਨੀਤ ਹੈ, ਜਾਂ ਮੈਂ ਕਿਸੇ ਨੂੰ ਨੀਵਾਂ ਵਿਖਾਉਣਾ ਚਾਹੁੰਦਾ, ਮੰਨ ਲਓ ਗੁਰਬਾਣੀਓ ਹੀ ਹੈ, ਗੁਰਬਾਣੀ ਦੇ ਵਿੱਚ ਸਭ ਕੁਝ ਸੱਚ ਲਿਖਿਆ ਹੈ, ਪਰ ਆ ਵੇਖੋ, ਜਿਵੇਂ ਮੈਂ ਆਪ ਜੀ ਨੂੰ ਛੋਟੀ ਜਿਹੀ ਉਦਾਹਰਨ ਦੇ ਦਾਂ, ਜਿਵੇਂ ਸਾਡੀ ਹੁਣ ਮੱਤ ਖੋਟੀ ਹੋ ਗਈ ਹੈ, ਅਸੀਂ ਆਪ ਮਾੜੇ ਕੰਮ ਕਰਦੇ ਹਾਂ ਬਹੁਤ ਜ਼ਿਆਦੇ, ਤੇ ਫਿਰ ਸਰਟੀਫਿਕੇਟ ਲੈਣਾ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿ ਮਹਾਰਾਜ ਜੀ ਬਾਣੀ ਵਿੱਚ ਵੀ ਇਹ ਲਿਖਿਆ ਹੋਇਆ। ਭਾਈ ਅਸੀਂ ਆਪ ਨਹੀਂ ਕਰ ਰਹੇ, ਗੁਰਬਾਣੀ ਸਾਨੂੰ ਛੋਟ ਦੇ ਰਹੀ ਹੈ। ਜਿਵੇਂ ਅੱਜ ਕੱਲ੍ਹ ਇਨਸਾਨ ਨੱਚਦਾ ਹੈ, ਟੱਪਦਾ ਹੈ, ਗੰਦੇ ਗੀਤ ਗਾਉਂਦਾ ਹੈ, ਉਹ ਪਤਾ ਨਹੀਂ ਕੀ ਕੁਝ ਕਰਦਾ ਰਹਿੰਦਾ, ਟਿਕਟੋਕ 'ਤੇ ਵੀਡੀਓ ਬਣਾ, ਨੱਚਣ ਵਾਲੀਆਂ, ਟੱਪਣ ਵਾਲੀਆਂ, ਆਹ ਕਰਨ ਵਾਲੇ, ਆਹ ਕਰਨ ਵਾਲੇ, ਬਹੁਤ ਕੁਝ ਕਰਦੇ ਇਨਸਾਨ। ਤੇ ਰਾਤ ਰਾਤ ਤੱਕ ਭੰਗੜਾ ਪਾਈ ਜਾਂਦੇ ਰਹਿੰਦੇ, ਬਹੁਤ ਨੱਚਦੇ ਆ। ਤੇ ਜੇ ਉਹਨਾਂ ਨੂੰ ਕਹੋ ਨਾ ਭਲਿਓ ਇਹਦੇ ਨਾਲ ਵਕਾਰ ਪੈਦਾ ਹੁੰਦੇ, ਨਾ ਕਰੋ, ਤੇ ਉਹ ਪਤਾ ਕੀ ਕਹਿੰਦੇ, ਵੇਖੋ ਜੀ ਬਾਣੀ 'ਚ ਵੀ ਲਿਖਿਆ ਹੋਇਆ ਹੈ। ਤੇ ਉਹਨਾਂ ਨੂੰ ਪੁੱਛੀਦਾ ਜੀ ਕਿੱਥੇ ਲਿਖਿਆ ਹੋਇਆ ਹੈ? ਕਹਿੰਦੇ ਜੀ ਨੱਚਣ ਕੁੱਦਣ ਮਨ ਕਾ ਚਾਓ। ਤੇ ਮੈਂ ਕਿਹਾ ਭਲਿਓ ਬੜੇ ਵਧੀਆ ਅਰਥ ਕਰ ਲਿਆ, ਆਖੋ ਸਤਿਨਾਮ ਸ਼੍ਰੀ। ਗੁਰੂ ਤੋਂ ਮੋਹਰ ਲਵਾ ਲਈ ਕਿ ਨੱਚੋ ਭਾਈ, ਟੱਪੋ ਭਾਈ। ਗੁਰੂ ਕਹਿੰਦਾ ਪਿਆ ਨੱਚੋ ਟੱਪੋ। ਉਹ ਮਹਾਰਾਜ ਕਹਿੰਦੇ ਉਹ ਭਲਿਓ ਨੱਚਣਾ ਕੁੱਦਣਾ ਸਿਰਫ ਮਨ ਦਾ ਚਾਅ ਹੋ ਸਕਦਾ ਹੈ, ਬੰਦਗੀ ਥੋੜ੍ਹੀ ਹੈ, ਆਖੋ ਸਤਿਨਾਮ ਸ਼੍ਰੀ। ਤੇ ਮਨ ਤਾਂ ਪੁੱਠੇ ਕੰਮਾਂ ਦੇ ਵਿੱਚ ਚਾਅ ਲਿਆਉਂਦਾ ਹੀ ਹੈ। ਮਨ ਤਾਂ ਕਹਿੰਦਾ, ਵੇਖੋ ਮਨ ਕਿਸੇ ਦੀ ਬੇਇੱਜ਼ਤੀ ਕਰਕੇ ਬੜਾ ਖਿੜਖੜਾ ਕੇ ਤਾੜੀਆਂ ਮਾਰ ਮਾਰ ਹੱਸਦੇ ਹੋਏ ਧਰਮ ਆ। ਕਿਸੇ ਦਾ ਮਜ਼ਾਕ ਉਡਾਉਣਾ, ਕਿਸੇ ਨੂੰ ਮਾਰ ਦੇਣਾ, ਵਕਾਰਾਂ ਵਿੱਚ ਚਲੇ ਜਾਣਾ, ਲਾਲਚੀ ਹੋ ਜਾਣਾ, ਲੁੱਟ ਲੈਣਾ, ਨਸ਼ੇ ਕਰਨੇ, ਪਤਾ ਨਹੀਂ ਕਿੰਨੇ ਕੁ ਕਰਮ ਕਰਦਾ ਮਨ। ਤੇ ਮਨ ਸਾਰੇ ਕਰਮ ਕਰਕੇ ਆਪ ਚਾਅ ਪ੍ਰਾਪਤ ਕਰਦਾ ਹੈ। ਤੇ ਮਨ ਦੇ ਜੋ ਵੀ ਕੰਮ ਨੇ ਉਹ ਤਾਂ ਸਾਰੇ ਪੁੱਠੇ ਨੇ, ਆਖੋ ਸਤਿਨਾਮ ਸ਼੍ਰੀ। ਇਹ ਮਨ ਦਾ ਚਾਅ ਹੋ ਸਕਦਾ ਹੈ, ਇਹ ਆਤਮਾ ਦਾ ਚਾਅ ਨਹੀਂ ਹੈ। ਤੇ ਮਨ ਦਾ ਚਾਅ ਤਾਂ ਪੁੱਠੇ ਕੰਮ ਹੀ ਕਰਾਉਂਦਾ ਹੈ। ਜੋ ਮਨ ਕਹਿੰਦਾ ਜੋ ਉਹ ਮੰਨੀ ਜਾਓਗੇ, ਉਹਨੇ ਤਾਂ ਪੁੱਠਾ ਹੀ ਕਰਾਉਣਾ ਹੈ। ਪਰ ਅਸੀਂ ਇੱਕ ਪੰਕਤੀ ਪੜ੍ਹ ਲਈ, ਉਹਦਾ ਪੂਰਾ ਭਾਵ ਅਰਥ ਪੜ੍ਹਿਆ ਹੀ ਨਹੀਂ ਕਿ ਉਹ ਸ਼ਬਦ ਕੀ ਕਹਿ ਰਿਹਾ ਪੂਰਾ। ਹੁਣ ਵੇਖੋ ਤੁਸੀਂ ਇਸ ਵੀਡੀਓ ਦੇ ਵਿੱਚੋਂ ਮੇਰੀ ਇੱਕ ਗੱਲ ਕੱਟ ਕੇ ਤੇ ਉਹਨੂੰ ਤੁਸੀਂ ਕਲਿੱਪ ਬਣਾ ਕੇ ਚਾੜਦੇ ਹੋ, ਤੇ ਲੋਕਾਂ ਨੇ ਉਹਦਾ ਮਤਲਬ ਗਲਤ ਹੀ ਕੱਢਣਾ ਹੈ ਨਾ, ਆਖੋ ਸਤਿਨਾਮ ਸ਼੍ਰੀ। ਕਿਉਂਕਿ ਮੈਂ 1 ਘੰਟਾ ਕਥਾ ਕਰ ਰਿਹਾ ਤੇ ਮੈਂ ਕਹਾਂ ਕਿ ਲੋਕ ਕਹਿੰਦੇ ਰੱਬ ਨਹੀਂ ਹੁੰਦਾ। ਹੁਣ ਮੈਂ ਇੰਨੀ ਗੱਲ ਕਹੀ ਹੈ ਨਾ, ਲੋਕ ਕਹਿੰਦੇ ਰੱਬ ਨਹੀਂ ਹੁੰਦਾ, ਤੇ ਅੱਗੋਂ ਇਹ ਕੱਟ ਦਿਓ ਕਿ ਲੋਕ ਕਹਿੰਦੇ ਆ ਰੱਬ ਨਹੀਂ ਹੁੰਦਾ, ਤੇ ਕੱਲੀ ਇਹ ਕਲਿੱਪ ਪਾ ਦਿਓ ਕਿ ਰੱਬ ਨਹੀਂ ਹੁੰਦਾ। ਲੋਕਾਂ ਨੇ ਕਹਿਣਾ ਗਿਆਨੀ ਕਹਿੰਦਾ ਪਿਆ ਰੱਬ ਨਹੀਂ ਹੁੰਦਾ, ਆਖੋ ਸਤਿਨਾਮ ਸ਼੍ਰੀ। ਹੁਣ ਇਹ ਕੱਲੀ ਤੁਸੀਂ ਕਲਿੱਪ ਕੱਟ ਕੇ ਪਾ ਦਿਓ ਕਿ ਇਹੀ ਕਹੋਗੇ ਨਾ ਕਿ ਗਿਆਨੀ ਉਹ ਕਹਿ ਰਿਹਾ ਜੀ ਰੱਬ ਨਹੀਂ ਹੁੰਦਾ। ਉਹ ਮੈਂ ਤਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਕਿ ਲੋਕ ਕਹਿੰਦੇ ਆ ਕਿ ਰੱਬ ਨਹੀਂ ਹੁੰਦਾ, ਮੈਂ ਥੋੜ੍ਹੀ ਕਹਿ ਰਿਹਾ ਕਿ ਰੱਬ ਨਹੀਂ ਹੁੰਦਾ, ਆਖੋ ਸਤਿਨਾਮ ਸ਼੍ਰੀ। ਇਹ ਚੀਜ਼ਾਂ ਨੇ। ਇਹ ਕਲਿੱਪਾਂ ਜਦੋਂ ਕੱਟ ਕੇ ਲੋਕ ਪਾ ਦਿੰਦੇ ਨਾ, ਕਲਿੱਪਾਂ ਕੱਟ ਕੇ ਕੋਈ ਆਪਣੀ ਉਹ ਗੱਲ ਕੱਟ ਕੇ ਬਣਾ ਕੇ ਪਾ ਦਿੰਦੇ ਆ,
ਤਾਂ ਆਪਾਂ ਵੀ ਇੱਕ ਪੰਕਤੀ ਫੜ ਲੈਂਦੇ ਆ कि नच्चन कुदन मन का चाओ। तो अगे किन्ने पढ़ना है? वो कहते जी तुसी पढ़ लो, साडा काम ही नहीं उनदे नाल लैना देना नहीं। महाराज कहते नच्चन कुदन मन का चाओ, नानक जिन मन भाओ तिना मन भाओ। आखो सतनाम श्री। महाराज कहते नचना कुदना सिर्फ एक मन की थोड़ी जी खुशी का समा हो सकता है, पर उनदे चों वकार निकलणगे। पर महाराज कहते जिहड़े रब दे डर विच आ ना, नानक जिन मन भाओ, भाओ दा मतलब जिहड़े रब तो डरदे आ, तिना मन भाओ, उन्हां दे मन विच ही रब दा प्रेम आउंदा, ओही बंदगी करदे आ। जिहड़े डरदे ही नहीं, कंजरखाना ही करी जांदे आ, ते ओ कहण जी ये गुरबाणी कह रही है, गुरबाणी नहीं कहंदी। आखो सतनाम श्री। आपां कहने आ मस्सा रंगड़ हरमंदर साहिब दे विच बेदबी करदा सीगा। की बेदबी करदा सीगा? उथे वो व्यभिचार कर रहा सी, शराब पी रहा सी ते डांस करा रहा सी। आखो सतनाम श्री। ते सिखां ने उहदा सोधा लाया। हुण भलिओ इन्हां सिखां दा की करिए? आखो सतनाम श्री। हुण अपना की करिए? हुण तुसीं आप सियाणे हो। हुण आपां भी तां वो काम मस्से रंगड़ वाले करदे ही ना। आखो सतनाम श्री। तो फिर कहने नहीं जी ये तो जिंदगी है, फलान है, तो करी जाओ काम, फिर रोंदे क्यों? रोई जाओ। कोई तुहाडा जीवन उच्चा सुच्चा नहीं होना, कोई उहदे च विकास नहीं होना। तो जिहड़ी मैं बेनती करन लग्या सीगा, बेनती ये करन लग्या सीगा कि भलिओ जदों इंसान की बुद्धि हो जाए तीखण, तो बुद्धि काम करदी है दो। की काम करदी है? जिवें अग दे दो काम ने, दीवे दे दो काम ने। हुण वेखो उस दीवे तो जां तां राह ले लो, रोशनी लैके राह ले लो किसी तरीके नाल वरत के, जां अपने आप नूं साड़ दिओ जां दूजे नूं साड़ दिओ। आखो सतनाम श्री। जां तां उहने राह विखाउणा है, जां अग लाउणी है। इसे तरह ही ज्ञान है। ज्ञान नाल जां तां जीवन दा राह लभ लो, जां अपना जीवन साड़ लो, जां दूजे दा साड़ दिओ। ते हंकार विच जदों इंसान आके ज्ञान दीयां गल्लां करन लग पैंदा ना, हंकार। आ वेखो अज दा ज्ञानी पता की हंकारी बहुत है। वो कहंदा जो मैं पढ़िया है ना, इहदे तो उत्ते कुछ भी नहीं है। वो तो बाबे नानक नूं भी कट कर रहा है। 10 पातशाहियां दी फिलॉसफी, गुरु भगत साहबान दे जिहड़े बोल ने, उन्हां नूं भी तरोड़ मरोड़ के अपने अनुसार ही बना के सुना रहा है। क्यों? अपनी हौच बहुत है कि मैनू जो पता, जिहड़ी खोज मैं कर ली ना, इदों तो पहला बाबे नानक ने भी नहीं की। आखो सतनाम श्री। जिहड़ा कुछ मैनू पता है तो किसी नूं नहीं पता। यही गल मारदी है, यही गल पंथ का नुकसान कर रही है। भलिओ ज्ञान असीं उही लैना जो गुरबाणी कहंदी है, गुरबाणी के अनुसार ही चलना है। तो शरदा भी उही रखनी है जो गुरबाणी कहती है। ना शरदा अपनी लियाउणी है, ना ज्ञान अपना लियाउणा है। ज्ञान भी गुरु नूं पुछ के ही कमाउणा है, तो शरदा भी गुरु नूं पुछ के ही लाउणी है। तो ये दोवें चीज़ां बहुत बड़ा सूक्ष्म रस्ता है। तो वो जिहड़ी मैं आप जी नूं साखी सुना रहा सीगा, वो बच्चा बड़ा तीखण बुद्धि दा हो गया। तो हुण ज्ञान सिख, ज्ञान काहदे वास्ते है? मन नूं कंट्रोल करने वास्ते। धर्म काहदे वास्ते? आपां बाणी काहदे वास्ते पढ़नी है? रब नाल मिल जाइए। जीवन पहलां ही बड़ा दुखी है, कुछ सुख प्राप्त हो जाए। धर्म तो इसे वास्ते कमाया जाता ना, मैनूं सुकून मिले। तो बंदा जदों धर्म के रस्ते ते भी चलदा, इत्थे भी वकार ही जोड़ लैंदा, अपनी हौं ही जोड़ लैंदा, हंकार ही जोड़ लैंदा। हंकार ही इहनूं पहलां संसार 'च दुखी कर रहा सीगा, तो उही हंकार वस हो के जदों आपां धर्म कमाउणे आ, उही फिर इहनूं इत्थे दुखी करदा रहिंदा। तां इहने की कीता? हंकार विच आ गया। ते पंडितां दे विच हंकार इन्ना क आ जांदा हुंदा सीगा, जिवें दो पहलवान लड़दे आ ना, दो बंदे कुश्ती करदे आ, पहलवान लड़दे आ। इसे तरह पंडितां दे अखाड़े लगदे सी, अज भी लगदे आ। की अखाड़े लगते सी? उत्थे दलीलां दित्तियां जांदियां सी। दलीलां काहदियां दित्तियां जांदियां सी? कोई भी उन्हां नूं टॉपिक दे देना, तो उस टॉपिक के उत्ते उन्हां नूं कहना बहस करो, इहदे ते बहस करो।
ਤੇ ਜਿਹੜਾ ਜਿੱਤ ਜਾਣਾ ਉਹਦਾ ਸਨਮਾਨ ਕਰਨਾ, ਜਿਹੜਾ ਹਾਰ ਜਾਣਾ ਉਹਦੀ ਬੇਇੱਜ਼ਤੀ ਕਰਨੀ। ਤੇ ਇੱਥੋਂ ਤੱਕ ਵੀ ਬਣਾ ਲਿਆ ਸੀਗਾ ਕਿ ਅਗਲਾ ਜੋ ਸਜ਼ਾ ਲਾ ਦੇਵੇ ਉਹ ਮੰਨਣੀ ਪੈਂਦੀ ਸੀ। ਇਸ ਤਰ੍ਹਾਂ ਦਾ ਵੀ ਹੁੰਦਾ ਸੀਗਾ। ਜਿਵੇਂ ਪਿੰਡਾਂ 'ਚ ਪਹਿਲਵਾਨਾਂ ਨੂੰ ਲੋਕੀ ਖੁਰਾਕ ਦਿੰਦੇ ਸੀ ਨਾ, ਪਾਲਦੇ ਸੀ ਕਿ ਸਾਡੇ ਪਿੰਡ ਦੀ ਬੇਇੱਜ਼ਤੀ ਨਾ ਹੋ ਜਾਏ। ਇਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਪੰਡਤਾਂ ਨੂੰ ਵੀ ਪਾਲਿਆ ਜਾਂਦਾ ਸੀ। ਆਖੋ ਸਤਿਨਾਮ ਸ਼੍ਰੀ। ਕਿ ਇਹਨਾਂ ਦਾ ਕੰਮ ਸਿਰਫ ਪੜ੍ਹ ਪੜ੍ਹ ਕੇ ਲੋਕਾਂ ਨਾਲ ਬਹਿਸ ਕਰਕੇ ਆਉਣੀ ਤੇ ਕਿਸੇ ਪਿੰਡ ਦਾ ਨਾਮ ਰੌਸ਼ਨ ਕਰਨਾ। ਇਹ ਕਾਂਸ਼ੀ ਦਾ ਪੰਡਤ ਸੀਗਾ, ਛੋਟੀ ਉਮਰ ਦਾ ਲੜਕਾ, ਬੜਾ ਸਿਆਣਾ ਹੋ ਗਿਆ। ਚਤੁਰਦਾਸ ਇਹਦਾ ਨਾਂ ਹੈ। ਬੜਾ ਸਿਆਣਾ ਹੋ ਗਿਆ, ਬਹੁਤ ਤੀਖਣ ਬੁੱਧੀ ਦਾ ਹੋ ਗਿਆ ਮਾਲਕ, ਬਹੁਤ ਗਿਆਨ ਹੋ ਗਿਆ। ਪਰ ਹੰਕਾਰ ਬੜੇ ਸਿਖਰ 'ਤੇ ਚਲ ਗਿਆ, ਹਉਂ ਬੜੀ ਸਿਖਰ 'ਤੇ ਚਲੇ ਗਈ। ਹੁਣ ਜਿੰਦੇ ਨਾਲ ਵਿਚਾਰ ਕਰੇ ਉਹਨੂੰ ਵਿਚਾਰ 'ਚ ਹਰਾ ਦਿਆ ਕਰੇ, ਤੇ ਵਿਚਾਰ 'ਚ ਹਰਾ ਕੇ ਉਹਦੇ ਸਾਰੀਆਂ ਕਿਤਾਬਾਂ ਗ੍ਰੰਥ ਖੋਲਿਆ ਕਰੇ। ਉਹਨੂੰ ਕਿਹਾ ਕਰੇ ਜਿੰਨੇ ਤੇਰੇ ਗ੍ਰੰਥ ਨੇ ਸਾਰੇ ਮੈਨੂੰ ਦੇ ਦੇ। ਤੇ ਮਹਾਰਾਜ ਨੇ ਕਿਹਾ ਹੈ ਕਿ ਪੰਡਤ ਦੀ ਸਭ ਤੋਂ ਵੱਡੀ ਸਜ਼ਾ ਪਤਾ ਕੀ ਹੈ? ਉਹਦੇ ਗ੍ਰੰਥ ਖੋਲੋ, ਉਹ ਰੋਂਦਾ ਰਹੇਗਾ ਸਾਰੀ ਉਮਰ। ਆਖੋ ਸਤਿਨਾਮ ਸ਼੍ਰੀ। ਪੰਡਤ ਰੋਵੇ ਗਿਆਨ ਗਵਾਏ। ਪੰਡਤ ਦਾ ਗਿਆਨ ਖੋਲੋ, ਪੰਡਤਾਈ ਖੋਲੋ, ਉਹ ਰੋਈ ਜਾਏਗਾ ਸਾਰੀ ਉਮਰ, ਮੇਰੇ ਤੋਂ ਗਿਆਨ ਹੀ ਮੇਰਾ ਖੋਹ ਲਿਆ। ਤਾਂ ਉਹ ਪੰਡਤ ਤੋਂ ਸਾਰੇ ਹੀ ਗ੍ਰੰਥ ਖੋਹ ਲੈਂਦਾ ਸੀ ਪੰਡਤਾਂ ਤੋਂ। ਤੇ ਕਈਆਂ ਨੂੰ ਤਾਂ ਉਹਨੇ ਕੀ ਕੀਤਾ, ਉਹਨਾਂ ਦੇ ਕੱਪੜੇ ਵੀ ਖੋਹ ਲੈਣੇ, ਨਗਨ ਕਰਕੇ ਉੱਥੇ ਹੀ ਰਹਿਣ ਦੇਣਾ। ਉਹ ਜਿਹੜਾ ਵੀ ਆਵੇ ਪੰਡਤ, ਉਹ ਉਹਦੇ ਨਾਲ ਬਹਿਸ ਕਰੇ, ਵਿਚਾਰ ਕਰੇ। ਤੇ ਉਹ ਭਾਈ ਤੀਖਣ ਬੁੱਧੀ ਦਾ ਮਾਲਕ ਸੀਗਾ, ਉਹ ਕਿਸੇ ਨੂੰ ਵਾਰੇ ਨਹੀਂ ਸੀ ਲੈਣ ਦਿੰਦਾ। ਗੱਲਾਂ ਬਾਤਾਂ ਦੇ ਵਿੱਚ ਉਹਨੇ ਗੱਲੀ ਬਾਤੀ ਬਹੁਤ, ਅਗਲੇ ਨੇ ਦਲੀਲਾਂ ਦੇ ਦੇ ਕੇ, ਵੇਖੋ ਦਲੀਲ ਤਾਂ ਇੱਕ ਇਹੋ ਜਿਹੀ ਚੀਜ਼ ਹੈ, ਸੱਚ ਨੂੰ ਝੂਠ ਕਰ ਦਿਓ, ਝੂਠ ਨੂੰ ਸੱਚ ਕਰ ਦਿਓ। ਆਖੋ ਸਤਿਨਾਮ ਸ਼੍ਰੀ। ਵਕੀਲ ਕੀ ਕਰਦੇ ਆ? ਦਲੀਲਾਂ ਹੀ ਦਿੰਦੇ ਆ। ਦਲੀਲਾਂ ਦੇ ਦੇ ਕੇ ਉਹ ਝੂਠੇ ਬੰਦੇ ਨੂੰ ਵੀ ਛੁਡਾ ਦਿੰਦੇ ਆ ਤੇ ਸੱਚੇ ਨੂੰ ਫਸਾ ਦਿੰਦੇ ਕਈ ਦੀ। ਦਲੀਲ ਵੀ ਇੱਕ ਬੁੱਧੀ ਦਾ ਵਿਸ਼ਾ, ਜੇ ਇਹਨੂੰ ਸਹੀ ਨਾ ਵਰਤਣਾ ਆਉਂਦਾ ਹੋਵੇ। ਤੇ ਉਹਨਾਂ ਦਲੀਲਾਂ ਦੇ ਦੇ ਕੇ ਭਾਈ ਬੜੇ ਪੰਡਤਾਂ ਦੇ ਸਾਰੇ ਗ੍ਰੰਥ ਖੋਹ ਲਏ। ਉਹ ਕਾਂਸ਼ੀ ਦੇ ਬਾਰ-ਬਾਰ ਇੱਕ ਬੋਹੜ ਦਾ ਰੁੱਖ ਸੀ, ਉਹਦੇ ਥੱਲੇ ਤਾਂ ਕਾਫੀ ਮੇਲਾ ਲੱਗ ਗਿਆ। ਆਖੋ ਸਤਿਨਾਮ ਸ਼੍ਰੀ। ਕਾਫੀ ਪੰਡਤ ਜੁੜ ਗਏ ਜਿਹੜੇ ਹਾਰ ਗਏ ਸਨ, ਤੇ ਹਾਰ ਦੇ ਮਾਰੇ ਹੁਣ ਪਿੰਡਾਂ ਨੂੰ ਵੀ ਨਹੀਂ ਸੀ ਜਾ ਸਕਦੇ ਕਿ ਕਿਹੜਾ ਮੂੰਹ ਲੈ ਕੇ ਪਿੰਡਾਂ 'ਤੇ ਜਾਣ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਉਹਨਾਂ ਦੇ ਦੁਖੜੇ ਸੁਣੇ। ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਕੇ ਉਸ ਥੜੇ 'ਤੇ ਬੈਠੇ ਭਾਈ ਮਰਦਾਨਾ ਜੀ ਨੂੰ ਕਿਹਾ ਰਬਾਬ ਵਜਾ। ਰਬਾਬ ਵਜਾਈ ਉੱਥੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਕੀਰਤਨ ਕੀਤਾ, ਇਹਨਾਂ ਪੰਡਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਉਹ ਪੰਡਤੋ, ਗਿਆਨ ਤਾਂ ਆਪਣਾ ਜੀਵਨ ਸੁਧਾਰਨ ਵਾਸਤੇ ਹੁੰਦਾ, ਨਾ ਕਿ ਲੜਨ ਵਾਸਤੇ ਹੁੰਦਾ ਹੈ। ਆਖੋ ਸਤਿਨਾਮ ਸ਼੍ਰੀ। ਗਿਆਨ ਤਾਂ ਰੱਬ ਨਾਲ ਜੁੜਨ ਵਾਸਤੇ ਹੁੰਦਾ, ਟੁੱਟਿਆਂ ਨੂੰ ਜੋੜਨ ਵਾਸਤੇ ਹੁੰਦਾ, ਸੁਰਤਾਂ ਨੂੰ ਵਾਹਿਗੁਰੂ ਪਰਮੇਸ਼ਵਰ ਨਾਲ ਜੋੜਨ ਵਾਸਤੇ ਹੁੰਦਾ। ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਕਿ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਗਿਆਨ ਹੋ ਹੀ ਨਹੀਂ ਸਕਦਾ। ਤਾਂ ਮਹਾਰਾਜ ਜੀ ਨੇ ਕਿਹਾ ਕਿ ਗਿਆਨ ਜਿਹੜਾ ਹੈ ਨਾ, ਇਹ ਬੜਾ ਕੀਮਤੀ ਹੈ, ਪਰ ਇਹਦੀ ਵਰਤੋਂ ਜੇ ਨਾ ਕਰਨੀ ਆਉਂਦੀ ਹੋਵੇ ਤੇ ਬੰਦਾ ਉਹ ਆਪਣਾ ਆਪ ਹੀ ਖਰਾਬ ਕਰ ਲੈਂਦਾ ਹੈ। ਵੇਖੋ ਧਰਮ ਵਿੱਚ ਗਿਆਨੀ ਹੋਣਾ ਬੜਾ ਜ਼ਰੂਰੀ ਹੈ, ਪਰ ਜਦੋਂ ਗਿਆਨ ਨੂੰ ਵਰਤਣਾ ਹੀ ਨਾ ਆਉਂਦਾ ਹੋਵੇ, ਉਹਦੀ ਸਮਝ ਹੀ ਨਾ ਹੋਵੇ, ਅਧੂਰਾ ਗਿਆਨ ਲਈਏ, ਮੈਂ ਪੂਰੀ ਬਾਣੀ ਨਾ ਪੜ੍ਹਾਂ, ਪੂਰੇ ਸ਼ਬਦਾਂ ਨੂੰ ਨਾ ਵਿਚਾਰਾਂ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਭਾਵ ਅਰਥ ਨੂੰ ਹੀ ਨਾ ਜਾਣਾ, ਤੇ ਭਲਿਓ ਮੈਂ ਕਿਸੇ ਨੂੰ ਸਮਝਾਉਣ ਚੱਲ ਜਾਵਾਂਗਾ ਨਾ, ਮੈਂ ਜੋੜਨ ਦਾ ਕੰਮ ਨਹੀਂ ਕਰਾਂਗਾ, ਤੋੜਨ ਦਾ ਕੰਮ ਕਰਾਂਗਾ। ਕਿਉਂ? ਮੈਂ ਆਪਣੇ ਹੰਕਾਰ ਦੇ ਵਿੱਚ ਅਧੂਰੇ ਗਿਆਨ ਨੂੰ ਹੀ ਪੂਰਾ ਸਮਝ ਰਿਹਾ। ਆਖੋ ਸਤਿਨਾਮ ਸ਼੍ਰੀ। ਅਧੂਰਾ ਗਿਆਨ ਤੇ ਹੰਕਾਰ ਨਾਲ ਜੁੜਿਆ ਹੋਇਆ ਗਿਆਨ ਹਮੇਸ਼ਾ ਲੋਕਾਂ ਦਾ ਨੁਕਸਾਨ ਕਰਦਾ ਹੈ। ਜਦੋਂ ਗਿਆਨ ਲੈ ਕੇ ਅੰਦਰ ਨਿਮਰਤਾ ਆ ਜਾਂਦੀ ਹੈ, ਪ੍ਰੇਮਾ ਭਗਤੀ ਆ ਜਾਂਦੀ, ਉਹ ਉਹਦੇ 'ਚੋਂ ਭਲਾ ਹੁੰਦਾ ਹੈ, ਦੂਜੇ 'ਚੋਂ ਭਲਾ ਨਹੀਂ ਹੁੰਦਾ। ਤਾਂ ਇਹਨੇ ਬੜੇ ਲੋਕਾਂ ਨੂੰ ਤੋੜ ਛੱਡਿਆ ਸੀ। ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਭਲਿਓ ਰੱਬ ਦੀ ਬੰਦਗੀ ਕਰੋ, ਰੱਬ ਨਾਲ ਪਿਆਰ ਕਰੋ, ਹੰਕਾਰ ਦੀਆਂ ਗੱਲਾਂ ਛੱਡੋ, ਨਾਮ ਨਾਲ ਜੁੜੋ। ਤੁਸੀਂ ਕਹਿੰਦੇ ਹੋ ਨਾਮ ਜਪਣਾ ਚਾਹੀਦਾ, ਜਪਦੇ ਕਿਉਂ ਨਹੀਂ? ਆਪ ਕਹਿੰਦੇ ਹੋ ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਫਿਰ ਆਪ ਮਾੜੇ ਕੰਮ ਕਿਉਂ ਕਰਦੇ ਹੋ? ਗਿਆਨ ਤਾਂ ਇਹੀ ਸਮਝਾਉਂਦਾ ਹੈ ਨਾ ਕਿ ਮੰਦੇ ਪਾਸੇ ਨਾ ਚੱਲੋ, ਚੰਗੇ ਪਾਸੇ ਚੱਲੋ।
ਤੇ ਉਹਨਾਂ ਨੂੰ ਮਹਾਰਾਜ ਜੀ ਨੇ ਧੀਰਜ ਧਰਵਾਸ ਦਿੱਤਾ ਤੇ ਇਹ ਪੰਡਤ ਆਪਣੇ ਸਾਰੇ ਗ੍ਰੰਥ ਲੈ ਕੇ ਖੋਤਿਆਂ ਤੇ ਲੱਦ ਕੇ ਤੇ ਲੈ ਆਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਹੰਕਾਰ ਦੇ ਵਿੱਚ ਆ ਕੇ ਕਹਿੰਦਾ ਮੇਰੇ ਨਾਲ ਵਿਚਾਰ ਕਰੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਤੇਰੇ ਨਾਲ ਵਿਚਾਰ ਨਹੀਂ ਕਰਨੀ। ਉਹ ਕਹਿੰਦਾ ਨਹੀਂ ਮੇਰੇ ਨਾਲ ਵਿਚਾਰ ਕਰੋ। ਮਹਾਰਾਜ ਕਹਿੰਦੇ ਮੈਂ ਪਸ਼ੂਆਂ ਨਾਲ ਖੋਤਿਆਂ ਨਾਲ ਵਿਚਾਰ ਨਹੀਂ ਕਰਦਾ। ਆਖੋ ਸਤਿਨਾਮ ਸ੍ਰੀ। ਖੋਤਿਆਂ ਨਾਲ ਕਾਹਦੀ ਵਿਚਾਰ ਕਰਾਂ। ਕਹਿਣ ਲੱਗਾ ਮਹਾਰਾਜ ਚੰਗਾ ਭਲਾ ਮੈਂ ਪੰਡਤ, ਚੰਗਾ ਭਲਾ ਮੈਂ ਇਨਸਾਨ, ਤੁਸੀਂ ਮੈਨੂੰ ਖੋਤਾ ਕਹਿ ਰਹੇ ਹੋ। ਮਹਾਰਾਜ ਕਹਿਣ ਲੱਗੇ ਸਰੀਰ ਤੇਰਾ ਬੰਦਿਆਂ ਵਾਲਾ ਹੈ ਪਰ ਅੰਦਰ ਤਾਂ ਤੇਰਾ ਖੋਤਿਆਂ ਵਾਲਾ ਹੀ ਨਾ। ਆਖੋ ਸਤਿਨਾਮ ਸ੍ਰੀ। ਅੰਦਰ ਜਿਹੜੀ ਮੱਤ ਹੈ ਉਹ ਤਾਂ ਪਸ਼ੂਆਂ ਵਾਲੀ ਹੈ ਨਾ। ਆਹ ਖੋਤੇ ਨੇ ਵੇਖ ਕਿੰਨਾ ਕਿਤਾਬਾਂ ਦਾ ਭਾਰ ਲੱਦਿਆ। ਤੇਰੇ ਗ੍ਰੰਥ ਹੈ ਨਾ ਖੋਤੇ ਤੇ ਲੱਦੇ ਹੋਏ ਆ ਤੇ ਵੇਖ ਇਹਦੇ ਨਾਲ ਖੋਤਾ ਅਕਲਵਾਨ ਹੋ ਗਿਆ, ਇਹ ਗਧੇ ਨੂੰ ਕੋਈ ਇਹਨਾਂ ਦਾ ਗਿਆਨ ਹੋ ਗਿਆ। ਕੱਲੀਆਂ ਕਿਤਾਬਾਂ ਦਾ ਭਾਰ ਹੀ ਲੱਦਿਆ ਹੈ ਨਾ, ਖੋਤੇ ਦਾ ਗਿਆਨ ਨਾਲ ਲੈਣਾ ਦੇਣਾ ਕੋਈ ਨਹੀਂ। ਇਸੇ ਤਰ੍ਹਾਂ ਹੈ ਮੂਰਖ ਪੰਡਤ, ਦਿਮਾਗ ਦੇ ਉੱਤੇ ਕਿਤਾਬਾਂ ਦਾ ਭਾਰ ਹੀ ਲੱਦਿਆ ਹੀ, ਉਹਦੇ ਨਾਲ ਲੈਣਾ ਦੇਣਾ ਤਾਂ ਤੇਰਾ ਕੋਈ ਨਹੀਂ। ਆਖੋ ਸਤਿਨਾਮ ਸ੍ਰੀ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਕਹਿਣ ਲੱਗਾ ਤੁਸੀਂ ਮੈਨੂੰ ਏਡੇ ਵਿਦਵਾਨ ਨੂੰ ਮੂਰਖ ਕਹਿ ਰਹੇ ਹੋ, ਗਧੇ ਦੇ ਤੁੱਲ ਕਹਿ ਰਹੇ ਹੋ। ਤੇ ਮਹਾਰਾਜ ਕਹਿੰਦੇ ਜਿੰਦੇ 'ਚ ਹੰਕਾਰ ਹੈ ਉਹ ਹੈ ਹੀ ਅਸਲ ਵਿੱਚ ਗਧਾ। ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਮਹਾਰਾਜ ਕਹਿੰਦੇ ਇਹ ਖੋਤਾ ਖੋਤਾ ਨਹੀਂ ਅਸਲ ਵਿੱਚ, ਉਹ ਬੰਦਾ ਹੀ ਅਸਲ ਵਿੱਚ ਖੋਤਾ ਹੈ ਜਿੰਦੇ ਪੱਲੇ ਗੁਣ ਹੈ ਕੋਈ ਨਹੀਂ, ਚੰਗੇ ਕੰਮ ਹੈ ਕੋਈ ਨਹੀਂ, ਪਰ ਹੰਕਾਰ ਸਭ ਤੋਂ ਜ਼ਿਆਦਾ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਖੋਤੇ ਦਾ ਕੰਮ ਹੈ ਸਿਰ ਤੇ ਭਾਰ ਲੱਦਣਾ ਤੇ ਹੰਕਾਰ ਦੀਆਂ ਪੰਡਾਂ ਇਨਸਾਨ ਆਪਣੇ ਸਿਰ ਤੇ ਲੱਦ ਰਿਹਾ। ਅਸਲ ਵਿੱਚ ਖੋਤਾ ਹੀ ਇਹ ਹੈ। ਆਖੋ ਸਤਿਨਾਮ ਸ੍ਰੀ। ਅਸਲ ਵਿੱਚ ਖੋਤਾ ਹੀ ਇਹ ਹੈ। ਕਹਿਣ ਲੱਗਾ ਨਹੀਂ ਮੇਰੇ ਨਾਲ ਵਿਚਾਰ ਕਰੋ। ਖਹਿੜੇ ਪੈ ਗਿਆ ਤੇ ਗਿਆਨੀ ਮਾਨ ਸਿੰਘ ਜੀ ਝੌਰ ਲਿਖਦੇ ਆ, ਕਹਿੰਦੇ ਮਹਾਰਾਜ ਕਹਿੰਦੇ ਮੈਂ ਤੇਰੇ ਨਾਲ ਵਿਚਾਰ ਨਹੀਂ ਕਰਨੀ, ਜਾ ਆਪਣੇ ਵੱਡੇ ਵਡੇਰਿਆਂ ਨਾਲ ਵਿਚਾਰ ਕਰ ਲਾ। ਕਹਿਣ ਲੱਗਾ ਕਿਹਦੇ ਨਾਲ ਵਿਚਾਰ ਕਰਾਂ। ਉੱਥੇ ਇੱਕ ਕੁੱਤੇ ਦਾ ਪਿੰਜਰ ਪਿਆ ਸੀਗਾ, ਮਰਿਆ ਹੋਇਆ ਕੁੱਤਾ, ਉਹਦਾ ਪਿੰਜਰ ਪਿਆ ਸੀਗਾ ਤੇ ਉਹ ਪਿੰਜਰ ਨੂੰ ਵੱਲ ਇਸ਼ਾਰਾ ਕਰਕੇ ਮਹਾਰਾਜ ਕਹਿੰਦੇ ਆ ਆਇਆ ਇਹਦੇ ਨਾਲ ਵਿਚਾਰ ਕਰ ਲਾ। ਉਹ ਕਹਿਣ ਲੱਗਾ ਇਹ ਤਾਂ ਕੁੱਤਾ ਹੈ ਮਰਿਆ ਹੋਇਆ, ਵੀ ਉਹਦੇ ਪਿੰਜਰ ਹੈ। ਮਹਾਰਾਜ ਕਹਿੰਦੇ ਨਹੀਂ ਇਹ ਤੇਰਾ ਹੀ ਰਿਸ਼ਤੇਦਾਰ ਹੈ। ਆਖੋ ਸਤਿਨਾਮ ਸ੍ਰੀ। ਤੇਰਾ ਹੀ ਰਿਸ਼ਤੇਦਾਰ ਹੈ। ਕਹਿੰਦਾ ਤੁਸੀਂ ਐਡੇ ਸਿਆਣੇ ਮਹਾਂਪੁਰਸ਼ ਹੋ, ਇਹ ਕਾਹਦੀਆਂ ਗੱਲਾਂ ਕਰਦੇ ਹੋ। ਸਾਹਿਬ ਜੀ ਕਹਿੰਦੇ ਨਹੀਂ ਯਕੀਨ ਹੁੰਦਾ ਤੈਨੂੰ ਪੁੱਛ ਲਾ। ਭਾਈ ਮਰਦਾਨਾ ਜੀ ਨੂੰ ਮਹਾਰਾਜ ਜੀ ਨੇ ਇਸ਼ਾਰਾ ਕੀਤਾ। ਭਾਈ ਮਰਦਾਨਾ ਜੀ ਨੇ ਮਹਾਰਾਜ ਜੀ ਦੀ ਖੜਾਮ ਚੱਕ ਕੇ ਉਸ ਦੇ ਪਿੰਜਰ ਨੂੰ ਛੁਹਾਈ ਹੈ। ਜਿਹੜਾ ਕੰਕਾਲ ਪਿਆ ਸੀ ਨਾ ਕੁੱਤੇ ਦਾ, ਉਹ ਚੱਕ ਕੇ ਉਹਦੇ ਨਾਲ ਜਦੋਂ ਉਹ ਛੁਹਾਈ ਤੇ ਕਹਿੰਦੇ ਉਹਦੇ ਵਿੱਚੋਂ ਰੂਹ ਪ੍ਰਗਟ ਹੋਈ ਇਹਦੇ ਦਾਦੇ ਦੀ। ਆਖੋ ਸਤਿਨਾਮ ਸ੍ਰੀ। ਇਹਦੇ ਦਾਦੇ ਦੀ ਰੂਹ ਪ੍ਰਗਟ ਹੋਈ ਤੇ ਉਹ ਬਹਿ ਗਿਆ ਚੌਂਕੜਾ ਮਾਰ ਕੇ, ਕਹਿੰਦਾ ਦੱਸ ਕਿਹੜੀ ਵਿਚਾਰ ਕਰਨੀ ਹੋ, ਕਿਹੜੇ ਗ੍ਰੰਥ ਦੀ, ਕਿਹੜੇ ਪੰਨੇ ਦੀ, ਕਿਹੜੀ ਥਾਂ ਦੀ ਵਿਚਾਰ ਕਰਨੀ ਹੋ। ਉਹ ਕਹਿਣ ਲੱਗਾ ਤੁਸੀਂ ਤਾਂ ਮੇਰੇ ਦਾਦਾ ਹੋ। ਉਹ ਕਹਿਣ ਲੱਗੇ ਹਾਂ ਤਾਂ ਦਾਦਾ ਹੀ ਤੇਰਾ। ਤੇ ਕਹਿੰਦੇ ਤੁਸੀਂ ਏਡੇ ਪੰਡਤ ਹੋ ਕੇ ਤੇ ਤੁਸੀਂ ਜੂਨਾਂ ਤੋਂ ਮੁਕਤ ਨਹੀਂ ਹੋਏ। ਉਹ ਕਹਿਣ ਲੱਗੇ ਆਹੀ ਜਿਹੜਾ ਹੰਕਾਰ ਤੂੰ ਚੱਕੀ ਫਿਰਦਾ ਨਾ ਪਸ਼ੂਆਂ ਵਾਲਾ ਹੀ ਮੈਂ ਚੱਕੀ ਫਿਰਦਾ ਸੀ। ਆਖੋ ਸਤਿਨਾਮ ਸ੍ਰੀ। ਪਸ਼ੂ ਜੂਨ ਵਿੱਚ ਜਾਣਾ, ਨਰਕ ਵਿੱਚ ਜਾਣਾ, ਕੀ ਕਾਹਦੇ ਰਾਹੀਂ ਜਾਇਆ ਜਾਂਦਾ ਮਹਾਰਾਜ। ਉਹਨੇ ਕਿਹਾ, ਕਹਿਣ ਲੱਗਾ ਨਰਕਾਂ ਦਾ ਕਾਰਨ ਬੰਦੇ ਦੇ ਔਗਣ ਨੇ, ਹੰਕਾਰ ਹੈ, ਲੋਭ ਹੈ, ਕਾਮ ਕ੍ਰੋਧ ਹੈ। ਇਹ ਵਿਕਾਰ ਹੀ ਬੰਦੇ ਨੂੰ ਨਰਕ 'ਚ ਲੈ ਕੇ ਜਾਂਦੇ ਆ ਤੇ ਉਹ ਤਾਂ ਆਪਾਂ ਛੱਡਦੇ ਹੀ ਨਹੀਂ। ਆਖੋ ਸਤਿਨਾਮ ਸ੍ਰੀ। ਆਪਾਂ ਤਾਂ ਹੋਰ ਕੰਮ ਹੀ ਕਰਦੇ ਰਹਿੰਦੇ ਹਾਂ। ਉਹ ਕਹਿਣ ਲੱਗਾ ਇਹ ਨਰਕਾਂ ਦਾ ਕਾਰਨ ਹੈ। ਤੇ ਉਹ ਜਿਹੜਾ ਕੁੱਤੇ ਦੀ ਰੂਹ ਪ੍ਰਗਟ ਹੋਈ ਸੀ ਨਾ, ਉਹ ਕਹਿੰਦੀ ਵੇਖ ਮੈਂ ਵੀ ਤੇਰੇ ਵਾਂਗੂ ਸਾਰਿਆਂ ਨੂੰ ਬੇਇੱਜ਼ਤ ਕਰਨ 'ਤੇ ਲੱਗਿਆ ਸੀ। ਇੱਕ ਦਿਨ ਇਸੇ ਨਗਰ ਦੇ ਵਿੱਚ ਕੋਈ ਰੱਬ ਦਾ ਪਿਆਰਾ ਆ ਗਿਆ, ਆਪਣੀ ਮੌਜ ਵਿੱਚ ਬੈਠਾ ਸੀ, ਨਾਮ ਜਪ ਰਿਹਾ ਸੀ ਤੇ ਲੋਕ ਉਹਦੀ ਪੂਜਾ ਕਰਨ ਲੱਗ ਪਏ। ਮੈਂ ਉਹਦੇ ਨਾਲ ਈਰਖਾਵਸ ਹੋ ਕੇ ਵਿਚਾਰ ਕਰਨ ਚਲ ਗਿਆ ਤੇ ਉਹ ਰੱਬ ਦਾ ਪਿਆਰਾ ਕਹਿੰਦਾ ਭਲਿਆ ਨਾਮ ਜਪਿਆ ਕਰ, ਬੰਦਗੀ ਕਰਿਆ ਕਰ, ਅਸੀਂ ਵੀ ਬੰਦਗੀ ਕਰਦੇ, ਚੰਗੇ ਕੰਮ ਕਰਿਆ ਕਰ,
इस तो उत्ते विचार किहड़ी है? मैं खैड़े पै गया, नहीं मेरे नाल आ विचार करो, आ विचार करो, आ करो, आ करो। वो कह लगे जाओ भरावा, क्यों मेरे वांगू कुत्ते दे वैर पिया होया है, मेरा तू खैड़े नहीं छड्डदा, कुत्ते वांगू वैर पै गया मेरे, मैं तेरे नाल कोई विचार ही नहीं करनी। ते कहंदे उन्हां ने वो बोल बोलिया ते वेला सच हो गया। ही आखो सतनाम श्री। है ही मैं पशु बिरती दा सी ते पशु बिरती च जाना ही सीगा। वेख अज साडे भाग जागे, गुरु नानक आया है, खुद निरंकार आया है। हंकार च ना जा, अपना हंकार गवा के इन्हां दे नाल बचन बिलास कर ला। आखो सतनाम श्री। क्योंकि हंकारी बंदा कित्थे समझदा ज्ञान दियां गल्लां, हंकारी बंदा नहीं समझदा। ते कहंदे आ फिर उहदे नाल पूजा, उहदे नाल विचार चर्चा भी होई सीगी। ते कुछ साखियां दे विच इस तरह भी लिखिया होया है कि इस पंडित ने आउंदियां ही महाराज जी दे नाल विचार चर्चा कीती सी ते इन्हां ने कहा सीगा कि महाराज तुसीं कपड़े साधुआं वाले पाए आ, पर कर्म तुहाडा साधुआं वाला कोई नहीं। महाराज ने कहा भाई कर्म साधुआं वाला की हुंदा है, की साधुआं दे काम हुंदे मैनूं दस दिओ। कहंदे महाराज तुहाडे कोले सालग्राम नहीं हैगा। सालग्राम कहंदे एक पत्थर नूं, कहंदे सालग्राम नहीं हैगा, तुसीं तुलसी नूं तुलसी रगड़ के इस पत्थर दे उत्ते नहीं चढ़ाउंदे, ना तुसीं सालग्राम दी पूजा करदे हो, ना टल्लियां खड़काउंदे हो, ना साडे वांगू जोतां जगाउंदे हो, ना साडे वांगू पूजा करदे हो, तुसीं साधु किवें हो सकदे? आखो सतनाम श्री। असीं भी धर्म की व्याख्या अपनी बना ली कि जिवें असीं धूफां दगाई दियां, जिवें असीं जोतां जगाई दियां, जिवें असीं नारियल रखी दे आ, जिवें असीं बाणी पढ़दे आ, शायद यही बाणी पढ़नी प्रमाण है। नहीं भलिओ तुसीं भुलेखे च हो। आखो सतनाम श्री। भुलेखा दूर करो। गुरबाणी कल्ली पूजा पाठ वास्ते नहीं है। महाराज कहंदे सतगुर की बाणी सत स्वरूप है, गुरबाणी बनी है। गुरबाणी नूं अपने जीवन विच धारण करना, ना कि कल्ली पूजा करनी है। आखो सतनाम श्री। जो गुर कहा साकार कमावो, जो गुरु कहंदा है वो काम करना है, ना कि कल्ला पढ़ना है। नहीं तो पढ़िया तो महाराज कहंदे मुक्ति नहीं होनी। पढ़न नाल गल नहीं बननी, पढ़ के उहनूं मन्नण नाल गल बननी है। ज्ञान कोई भी है वो पढ़ के मन्निया जाएगा तो भला होएगा। भलिओ ये गुरबाणी है, गुरबाणी की नरादरी ना करो, इनू पढ़ो विचारो तो इनके अनुसार जीवन ढालो। आखो सतनाम श्री। तां भला होना है, नहीं तो पंडितां वाला काम ना करो। पंडित भी कहते सन कि जिवें दी असीं पूजा करते हैं उवें दी तो तुसीं करदे हो नहीं, तो तुहानूं रब मिलना ही नहीं। महाराज कहते रब का सर्टिफिकेट मैनू ना दो। रब कोई किसी दे प्यो की निजी जायदाद नहीं है। आपन बापे ना ही किसी को भावण को हर राजा। रब दे नाल संबंध ही प्यार का जुड़दा है। जे तुहाडे अंदर प्यार आ गया तो तुहानूं सुकून मिलना शुरू हो गया, अंदरों प्राप्ति हो गई। किसी नूं दसना थोड़ी पैंदा मैं किन्ने सुकून च आ। वो पंडित भावें तुहानूं काफर कह दे, काजी तुहानूं काफर कह दे, तुहानूं फतवे सुनाए जान, भावें तुहानूं क्या जावे लोग माड़े ने, भावें ठेकेदार लोग सानू कह देन कि ये लोग धर्मी नहीं, सानू उन्हां तो सर्टिफिकेट लैण दी लोड़ नहीं, जदों मैनूं रब मेरे ते रहमत कर रहा। आखो सतनाम श्री। तां महाराज कहंदे भलिओ जिहड़े तुसीं काम करदे हो इहनूं तुसीं धर्म कर्म कहिंदे हो, ते जिहड़ा कोई रब दी बंदगी करदा तुसीं उहनूं पखंड कहिंदे हो। भलिओ असल विच पखंडी तुसीं हो, धर्म दी तुहानूं समझ कोई नहीं है। ते महाराज कहंदे वेखो मैं सालग्राम दी पूजा करदा, मैं तुलसी भी लाउणा, मैं सारे कर्म करदा हाँ, पर मैं तुहाडे वाले नहीं करदा जिहड़े तुसीं करदे हो कि पत्थर नूं पूजना, उहदे ते तुलसी चढ़ाउणी, उहदे अगे दुध चढ़ाउणा, उहदे ते आ करना। महाराज कहंदे मैं नहीं करदा, क्योंकि सालग्राम जिहड़ा है ना इहदे बारे हिंदू इतिहास दे विच लिखिया होया है कि जिहड़ा सालग्राम है ये किवें बनिया। इहदे बारे उन्होंने लिखिया तुलसी, तुलसी नूं बड़ा पवित्र मनदे आए हिंदू जगत दे विच, तुलसी नूं बहुत पवित्र मनदे आ। पर भलिओ जे तुसीं इहदी साखी सुनोगे ना, इहदे बैक विच जाओगे तो तुसीं कहोगे धर्म किवें दा बनाया होया। आखो सतनाम श्री। ये किवें दी विचारधारा दित्ती हुई है। एक पुराण है ब्रह्म वैरत
ਉਹਦੇ ਵਿੱਚ ਨਾ एक हवाला दिता होया पंडितां दे वल्लों ही लिखिया होया है। कहंदे कि जिहड़े कृष्ण जी ना, कृष्ण जी ध्यान नाल सुनना, आखो सतनाम श्री। कृष्ण जी होए गोलक दे विच, गोलक उन्हां दा पिंड सी गोलक, उत्थे ओह होए ने ते उन्हां दी पत्नी सी राधा। काफ़ी गोपियां दा जिक्र आउंदा है ते कहंदे आ कृष्ण जी का जिहड़ा सुभाअ सीगा वो चंचलताई वाला बहुता, उन्होंने रुदा जो भी लिखिया होया है सो भला है। तो गुरु के प्यारिओ वो कहंदे आ उन्होंने जिहड़ी उन्होंने लिखी हुई है चीज़, क्योंकि कृष्ण जी तो बहुत गुण सन, महान सन, पर किसी अवतार नूं बदनाम करना होवे तुसीं गलत गल्लां भी देख ही सकते हो। आखो सतनाम श्री। राम महान सीगा जी, उन्दियां साखियां अपने अनुसार लिखनियां। हुण वेखो गुरु नानक देव महाराज, गुरु गोबिंद सिंह महाराज, होर सच्चे पातशाह जी दे इतिहास दे नाम ते भी तो बहुत कुछ गलत लिखिया ही होया है ना। कईयां लोकां ने लिखिया है, कईयां ने लिखिया है कि गुरु साहब जी फीम खांदे सन, भंग पींदे सन, इस तरह लिखिया होया। हुण गुरु साहब जी तो नहीं सी ना करदे। आखो सतनाम श्री। गुरु साहब जी तो उच्चे सुच्चे जीवन वाले सन करदा, पर जिहड़े लोकां च आप माड़े ऐब सानूं लिख देंदे, वो लोकां नूं माड़े पासे लाउंदे आ। इस तरह पंडितां ने कृष्ण दे नाम ते भी बड़ा कुछ लिखिया होया है, राम जी दे नाम ते भी। वो माड़े नहीं सन, पर उन्हां दे नाम नूं वरत के बड़ा कुछ गलत लिख दिता। आखो सतनाम श्री। गुरबाणी दे विच कृष्ण नूं भगवान कहा है, पर उनके गुण जिहड़े सन वो दस्से आ, औगण नहीं। इन्हां ने औगण ही बयान किए सारे। आखो सतनाम श्री। ते औगण अपने कोलों जोड़ दिते, अपने कोलों ला दिते, कदी राम दे औगण, कदी कृष्ण दे औगण, कदी किसे। ये तो देवतियां नूं भी इन्हां बदनाम कर छड्डिया अपने स्वार्थ वस हो के। आखो सतनाम श्री। देवतियां नूं भी बदनाम कर छड्डिया। ते कहंदे कृष्ण जी दे बारे लिखिया कि कहंदे कृष्ण जी उदों तुलसी दे नाल विभचार कर रहे सन, ते उधरों राधा ने वेख लिया, ते जदों राधा ने वेखिया ते तुलसी नूं श्राप दे दिता। ते तुलसी नूं कहा कि जा तू जाके जड़ हो जा, पौधा बन जा। ते ओ खिमा करनी, उन्हें राधा ने ना श्राप दे दिता कि जा तू मनुखा जन्म दे विच चले जा, तेनू ये जीवन नहीं चाहिए, तू होर जूनी च चले जा। ते कहंदे आ तुलसी फिर एक राक्षस दे घर विच उनदा जन्म होया, जिंदा नाम चंद्र संख करके लिखिया होया, एक राक्षस होया है। ते कहंदे इन्ने बड़ी तपस्या की, जिहड़ा तुलसी दा अगला जन्म होया सी ना, इहदे घर वो उनदी पत्नी बनी सी, चंगा जिहड़ा राक्षस सीगा। ते ये जिहड़ा राक्षस सीगा ना, इन्हें कहंदे बड़ी तपस्या की, ते कहंदे ब्रह्मे तो वर ले ले। ते इन्हें सारे देवतियां नूं हराउणा शुरू कर दिता। क्यों हरा रहा सी? क्योंकि इहदी घर वाली जिहड़ी तुलसी ने सी ना, वो बड़े उच्चे सुच्चे करैक्टर दी मालक सी। कहंदे सती सीगी, सती सीगी, उच्चे सुच्चे करैक्टर दी मालक सीगी। ते उच्चा सुच्चा करैक्टर होने करके इहदा जिहड़ा पति सी ना, बड़ी पावर दा मालक सी, वो हार नहीं सी रहा। ते कहंदे आ फिर विष्णु ने की कीता है, जिहड़ा विष्णु देवता होया, उहने कहंदे आ इस चंद्र संख दे भेख नूं बना के ना, इहदे पति दा भेख बना के, ते इस तुलसी दा सत तोड़िया सी। भाव इहदा करैक्टर खराब कीता सी। आखो सतनाम श्री। करैक्टर खराब कीता सी, इहदा जत सत भंग कीता सीगा। ते जदों इहदा जत संगत भंग कीता सी, ते इहनूं पता लग्या, ते इहने कहंदे विष्णु नूं श्राप दिता कि जा तू पत्थर बन जा। ते अगों कहंदे विष्णु ने भी कहा कि जे मैं पत्थर बनांगा ते तू तुलसी बनेगी, ते मेरे उपर तू रिहा करेंगी। आखो सतनाम श्री। तेनू मेरे ते पूजा वास्ते वरत्या करनगे। हुण वेखो किधर करैक्टरलैस कहानी नूं किधर जोड़िया होया। आखो सतनाम श्री। हुण करैक्टरलैस कहानी है ना, जिंदे च किरदार कोई नहीं। हुण किरदार कोई नहीं। पंडितां ने इहो जिहियां कहानियां बना के लोकां नूं पुट्ठे पासे लाया होया अपनी दुकान चलाउण वास्ते। लोग होर धर्म नूं बदनाम कीता होया। कीता किन्ने आ? जिन्ना कुछ नोट कमाउणे सी धर्म। वेखो मैं कई बारी बेनती करदा हुन्ना,
धर्म कदे माड़ा नहीं है। रब दे प्यारे होए आ, बड़े बड़े भगत होए, हिंदुआं दे विच भी देवते होए आ, राम जी आ, कृष्ण जी आ, साडे च भी होए आ, मुसलमानां च भी होए, ईसाइयां च भी होए आ, बड़े बड़े महापुरुष होए। जस्सू माड़ा नहीं है, मुहम्मद साहब माड़े नहीं है, बड़े बड़े महापुरुष पीर पैगंबर औली होए आ, हरेक धर्म च हुंदे आ। पर उनके धर्म नूं बदनाम कौन करदा है? लोभी बंदे बदनाम करदे, हंकारी बंदे बदनाम करदे। वो हंकारी बंदियां दा धर्म नाल लैना देना कोई नहीं हुंदा, लोभी बंदे दा, लालची बंदे दा। हुण वेखो श्रोमणी कमेटी है ते साडे एक परिवार दा, इत्थे पंजाब दे एक परिवार दा श्रोमणी कमेटी दे कब्जा सी, उनदा सिੱਖੀ नाल कोई लैना देना है? आखो सतनाम श्री। उनदा लैना देना किहदे नाल है? गोलक नाल, वोटां नाल, पैसे नाल। ते ओ सिੱਖੀ नूं बदनाम ही करके गया ना। सिੱਖੀ माड़ी नहीं, माड़ा किने कीता? लालची बंदे ने, लोभी बंदे ने, हंकारी बंदे ने। हंकारी बंदा जदों धर्म के कपड़े पा के धर्म दीयां गल्लां करन लग पैंदा ना, फिर वो धर्म की चंगी मर्यादा नूं बदनाम कर दिंदा है। वेखो धर्म पहलां भी माड़ा नहीं सी, अज भी माड़ा नहीं है, ते कदे माड़ा नहीं होएगा। माड़ा कदों हुंदा है? जदों इहदे च एक्टर वड़ जांदे। आखो सतनाम श्री। जदों एक्टिंग करने वाले बंदे वड़ जांदे, जिन्हां ने सिर्फ धर्म की बारी बारों एक्टिंग करनी हुंदी, ते वो एक्टर एडे तगड़े हुंदे आ कि ऐ लगदा संत ही है, ऐ लगदा है गुरु ही है, ऐ लगदा है रब ही है, क्योंकि वो एक्टर एडे तगड़े है ना। आखो सतनाम श्री। एक्टिंग है ना। हुण वेखो एक्टिंग करके, वो कृष्ण की भी एक्टिंग करके कृष्ण दे फिल्मां बणियां होईयां, भगवान दीयां फिल्मां बणियां होईयां, किन्नी किन्नी एक्टिंग हो जाती। एक्टिंग करनी कोई औखी नहीं है जे पैसे कमाने आ। ते आखो सतनाम श्री। जदों धर्म के नाम ते एक्टिंग शुरू हो जाती है ना, तो धर्म बदनाम होना शुरू हो जाता है। हुण वेखो एक्टर बड़े ने, ते उन्हां हमेशा वेखो तुसी धर्म की चंगी मर्यादा नूं जिवें मर्जी बदली जाओ, वो उहदे च एक्टर वाड़ी जांदे। आखो सतनाम श्री। उहदे च झूठे बंदे वाड़ी जांदे। किवें? वेखो पहलां कहिंदे सी गुरु घरां दे विच जिहड़ी गोलक है, सेवा है, ये नहीं करनी चाहिदी। जिहड़ा लोड़वंदां दी मदद करनी चाहिदी है, कोई NGO खोलने चाहिए आ। चंगी गल सी कि लोड़वंदां दी मदद करो भाई। गुरु घर दी गोलक है भी इसे वास्ते कि लोड़वंदां दी मदद करो। हुण भलिओ गोलक दा प्रोसीजर, दसवंध दा जिहड़ा प्रोसीजर सी ना, जो मर्यादा सी, ये माड़ी नहीं सीगी। पर इत्थे जदों आके महंत बह गए, माड़े लोग बह गए, उन्होंने गोलक गलत वरतनी शुरू कर दी। जदों कच्चे बाबे उन्होंने उस दसवंध नूं सही पासे नहीं लाया, तो गोलक बदनाम कर दी, दसवंध बदनाम कर दिता, धर्म की मर्यादा बदनाम कर दी। तो उन्होंने फिर लोगों ने की किया? सियाणे लोगों ने ना NGO खोल लियां। आखो सतनाम श्री। तुसीं सियाणे, उन्होंने NGO खोल लियां कि लोड़वंदां की मदद करो, गरीबां की मदद करो। हुण जदों गरीबां की मदद करन लगे, तो सिखां ने, होर लोगों ने दसवंध देना उन्हां लोगों ने शुरू कर दिता। हुण तुसीं इस गल नूं ध्यान नाल सुणना, वो दसवंध देना लोगों ने उन्हां लोगों ने शुरू कर दिता। हुण NGO के नाम से भी बड़ा पखंड हो रहा है। आखो सतनाम श्री। NGO के नाम से भी, लोगों की मदद के नाम से भी किन्ना किन्ना डंबर हो रहा है, किन्नी किन्नी एक्टिंग हो रही है। भलिओ जिहड़ा मर्जी तुसी कर्म जगत के भले वास्ते कर दिओ, जदों तुहानूं एक्टरां दी जिन्नी देर तक पछाण नहीं ना, उन्नी देर तक लुटदे ही रहोगे। आखो सतनाम श्री। जिन्नी देर तक असल झूठे ते सच्चे लोगों की पछाण नहीं ना होएगी, उन्नी देर तक लुटे जाओगे। ते लुटिया जा रहा इंसान, इनका शोषण किया जा रहा है। ते शोषण करदा कौन है? धर्म शोषण नहीं करदा। कोई भी धर्म माड़ा नहीं है। मैं पहला कहना, धर्म नूं बदनाम करने वास्ते जो पंडित ने पंडितां वाले कपड़े पा ले, पंडित माड़ा थोड़ी सीगा, ब्राह्मण माड़ा थोड़ी सीगा। पहला ब्राह्मण बड़े चंगे हुंदे सन, रब दे भगत हुंदे सन। पर ब्राह्मणां दे नाम ते पखंडी लोकां ने ब्राह्मणां वाले कपड़े पा ले, उन्हां धर्म ही बदलता। आखो सतनाम श्री। काजी माड़ा नहीं सी हुंदा, काजी कोई माड़ा नहीं सीगा, मौलवी कोई माड़ा नहीं सीगा, कोई इस तरह के रब दे प्यारे माड़े नहीं सन हुंदे। पर जदों उन्हां दी थां ते आके माड़े पखंडी लोग बह गए ना, काजी लोग बह गए, जिहड़े पखंडी सन सिर्फ कपड़े धर्म वाले, अंदर धर्म की रौं कोई नहीं। आखो सतनाम श्री। इस तरह गुरु नानक दा चलाया होया धर्म,
ये हुण सुन लो ध्यान नाल, ज्ञानी होना माड़ी गल नहीं है, ग्रंथी होना माड़ी गल नहीं है, रब दे प्यारे होना, संत महात्मा होना माड़ी गल नहीं। हुंदे सन, पहलां भी होए आ, हुंदे ने, पर जदों संतां दे नां ते पखंड शुरू होना हो गया ना, संत दे शब्द नूं रोल के रखता को सतनाम श्री। संत की मर्यादा ही होर बनाती, धर्म की मर्यादा, सिख धर्म की मर्यादा ही होर कर दी है। क्यों? पखंड करना शुरू कर देना। पखंड भलिओ किते भी किया जा सकता है, सच की नकल हमेशा हुंदी हुई है, पर इहदा ये मतलब तो नहीं सच नहीं हुंदा। सच हुंदा है, धर्म हुंदा है, रब हुंदा है, पर जिहड़े रब दे नाम ते लोकां नूं लुटदे ना, उन्हां दा विरोध होना चाहिए। ਜਿਹੜੇ सच ਦੇ नाम ਤੇ दुकाना खोल के बैठे ना, ਜਿਹੜੇ NGO ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਨਾ, ਉਹ NGO ਬੰਦ ਹੋਣੀਆਂ ਚਾਹੀਦੀਆਂ, पर ਚੰਗੀਆਂ ਰਹਿਣੀਆਂ ਚਾਹੀਦੀਆਂ। ਆਖੋ ਸਤਨਾਮ ਸ਼੍ਰੀ। ਚੰਗੀਆਂ ਸੇਵਾ ਕਰਨ ਵਾਲੀਆਂ ਕੋਈ ਸੰਸਥਾਵਾਂ ਰਹਿਣੀਆਂ ਚਾਹੀਦੀਆਂ, ਗੁਰਦੁਆਰੇ ਰਹਿਣੇ ਚਾਹੀਦੇ ਆ, ਗੋਲਕਾਂ ਰਹਿਣੀਆਂ ਚਾਹੀਦੀਆਂ, पर ਚੰਗੇ ਲੋਕਾਂ ਕੋਲੇ ਰਹਿਣੀਆਂ ਚਾਹੀਦੀਆਂ, ਮਾੜਿਆਂ ਕੋਲੇ ਨਹੀਂ। ਆਖੋ ਸਤਨਾਮ ਸ਼੍ਰੀ। ਧਰਮ ਚਾਹੀਦਾ ਹੈ, ਧਰਮ ਤੋਂ ਬਗੈਰ ਤਾਂ ਇਨਸਾਨ ਨੂੰ ਕੁਝ ਨਹੀਂ ਮਿਲਣਾ। पर पखंडी लोगों ने धर्म की अपनी डेफिनेशन बना ली, तो उस डेफिनेशन को सही करने वास्ते तो बाबा नानक आया। आखो सतनाम श्री। कि धर्म असल में की हुंदा है, तो इन्हां ने अपनी ही मर्यादा बनाई हुई कि पत्थरां नूं पूजो, आ चढ़ाओ, आ दिओ, आ दिओ। कई तो इस तरह दी भी चीज़ां कीतियां होईयां सन कि इन्हां ने आरे लाए हुए सन। प्रयागराज दे विच ते कांची दे विच, कांची दे विच शिव जी दे नाम ते, जिन्हें बहुत तपस्या की सी, उनके नाम ते पंडितां ने अपना इतिहास लिख के, किहड़े पंडितां ने? पखंडी पंडितां ने। आखो सतनाम श्री। हुण मैनूं ये नाल शब्द वरतने पैंदे, पंडित माड़ा नहीं, पखंडी पंडितां ने, अखौती पंडितां ने की कीता? उन्हां दे नाम दे उत्ते एक कुछ साखियां लिख के की कीता? आरे ला ले। आरा काहदा लाया? कि जिहड़ा भी इंसान शिव जी का भगत है, शिव जी नूं प्यार करदा है, इस आरे दे थल्ले अपना आप चराए। शिव जी ने कहा है कि इहदे थल्ले अपना आप चराएगा, वो सीधा ही शिवां दी पुरी च जाएगा। जो कुछ भी उहदे कोले जमीन जायदाद है, वो सारी धर्म के नाम ते पंडित नूं दान कर जाए। आखो सतनाम श्री। ते वेखो किड्डी चलाक ते क्रूर बिरती सीगी कि दान भी लैना ते दान देण वाले दा जिहड़ा दावेदार है ना, उन्होंने भी खत्म कर देना। आखो सतनाम श्री। जिन्हें दान देना, मान लो तुसीं मैनूं हुण खुश हो जाओ कथा तो, जां किसी भी तरह तुसीं खुश हो जाओ तो कहो बाबा जी लो तुहानूं आ गड्डी देती, लो तुहानूं आ कार देती, तुहानूं आ चीज़ देती, आ कपड़ा देता, आ देता, तो कल नूं तुहाडी मत जाग आए, तुहानूं समझ पै आए तो मैं होवां झूठा, तो तुहानूं पता लग जाए कि बाबा तो झूठ बोल रहा सीगा, इनू जिहड़ा दान दिता है ले लो वापस। आखो सतनाम श्री। ले लो वापस। तो फिर मेरे अर्गे ने की प्रबंध किया है कि वो जड़ ही पुट दिओ, जिन्हें वापस आना है ना उन्होंने खत्म कर दिओ। पंडित ने की किया? महाराज कहते डाला स्यों पेड़ा गडकावै, कि वो किसी रुख के फल तो खाने ही सन, रुख नूं ही जड़ों पुट छड्डिया। आखो सतनाम श्री। कि जिंदे तो दान लिया ना रहेगा बांस, ना बजेगी बांसुरी। कि जिन्हें दान पुण्य किया उन्होंने क्या लै तू सीधा शिवां दी पुरी, उन्होंने आरे थले चराता, ना ये रहेगा ना रौला पाएगा। आखो सतनाम श्री। ना जो बंदा ये रहेगा तो ना रौला पाएगा, जो रौला ही नहीं पाएगा तो साडा काम पक्का। जो भी आएगा इस तरह की भावना वाला, हुण बंदियां दी भावना सच्ची हुंदी सी, पर अगे कुछ नहीं सी मिलदा, लुटिया जा रहे सीगे। ते ये लुटदे सी, ये आरा बंद कराया गया। ये बड़ा बड़ा पखंड चलदा सीगा। अज भी बहुत पखंड चलते हैं समाज दे विच, धर्म के नाम ते धर्म नूं बदनाम किया जाता है, ते झूठे राजनीतिक लोग इन्हां दी प्रमोट करते, क्योंकि उन्हां दीयां वोटां बनदियां। आखो सतनाम श्री। वो झूठे लोगों को प्रमोट करते, वो अखौती संतां नूं प्रमोट करते, क्योंकि वो लोगों को जगाउणा नहीं चाहते, लोगों को हक सच की आवाज़ उन्हां तक पहुँचाउणा नहीं चाहते। जिहड़ा बंदा आप दुष्ट है, आप अहंकारी है, आप लोभी है, बेईमान है, वो थोड़ी कहेगा कि दूजे लोग ईमानदार हो जाण। जे बेईमान रहणगे तो उनकी गड्डी चलनी, नहीं तो चलनी कोई नहीं। आखो सतनाम श्री।
ਤਾਂ ਇਹਨਾਂ ਨੇ ਬੜਾ ਕੁਝ ਕੀਤਾ ਹੋਇਆ ਸੀ। ਵੇਖੋ ਸਿੱਖ ਧਰਮ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਪਰ ਹਾਂ ਡਟ ਕੇ ਵਿਰੋਧ ਉਹਦਾ ਕਰਦਾ ਜਿੰਦੇ ਤੇ ਪਖੰਡ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਡਟ ਕੇ ਉਹਦਾ ਵਿਰੋਧ ਕਰਦੀ ਜਿੱਥੇ ਪਖੰਡ ਹੈ। ਉਹ ਭਾਵੇਂ ਸਿੱਖ ਧਰਮ 'ਚ ਹੋਵੇ, ਭਾਵੇਂ ਹਿੰਦੂ ਧਰਮ 'ਚ ਹੋਵੇ, ਭਾਵੇਂ ਮੁਸਲਮਾਨਾਂ 'ਚ ਹੋਵੇ, ਭਾਵੇਂ ਈਸਾਈਆਂ 'ਚ ਹੋਵੇ। ਗੁਰੂ ਨਾਨਕ ਦੀ ਵਿਚਾਰਧਾਰਾ ਪਖੰਡ ਦੇ ਵਿਰੁੱਧ ਹੈ, ਸੱਚ ਦੇ ਵਿਰੁੱਧ ਨਹੀਂ। ਆਖੋ ਸਤਿਨਾਮ ਸ਼੍ਰੀ। ਸੱਚ ਜੇ ਰਾਮਾਨੰਦ 'ਚ ਆਇਆ ਤੇ ਮਹਾਰਾਜ ਨੇ ਕਿਹਾ ਕੋਈ ਨਹੀਂ ਤੂੰ ਹਿੰਦੂ ਹੈ, ਮੈਨੂੰ ਇਹਦੇ ਨਾਲ ਪਰਵਾਹ ਨਹੀਂ, ਪਰ ਤੂੰ ਸੱਚਾ ਹੈ, ਤੂੰ ਬ੍ਰਾਹਮਣ ਹੈ ਨਾ, ਤੂੰ ਸੱਚਾ ਹੈ, ਤੂੰ ਆ ਜਾ। ਜੇ ਕਬੀਰ ਦੇ ਵਿੱਚ ਸੱਚ ਆਇਆ, ਮਹਾਰਾਜ ਨੇ ਕਿਹਾ ਹਾਂ ਤੂੰ ਸੱਚਾ ਹੈ, ਤੂੰ ਆ ਜਾ। ਜੇ ਬਾਬਾ ਫਰੀਦ ਹੈ, ਮਹਾਰਾਜ ਕਹਿੰਦੇ ਮੈਨੂੰ ਮੁਸਲਮਾਨ ਧਰਮ ਨਾਲ ਨਫ਼ਰਤ ਨਹੀਂ ਹੈ, ਮੈਂ ਪਿਆਰ ਕਰਦਾ, ਤੂੰ ਸੱਚਾ ਹੈ ਨਾ ਬਾਬਾ ਫਰੀਦ, ਤੂੰ ਹੀ ਆ ਜਾ। ਮੈਂ ਸੱਚ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਤੇ ਝੂਠਾ ਕੋਈ ਵੀ ਹੋਵੇ, ਭਾਵੇਂ ਉਹ ਮੇਰਾ ਸਿੱਖ ਵੀ ਹੋਵੇ, ਮੈਂ ਉਹਨੂੰ ਵੀ ਨਹੀਂ ਰੱਖਣਾ ਚਾਹੁੰਦਾ। ਆਖੋ ਸਤਿਨਾਮ ਸ਼੍ਰੀ। ਝੂਠਾ ਕੋਈ ਵੀ ਹੋਵੇ। ਗੁਰੂ ਨਾਨਕ ਦਾ ਵਿਰੋਧ ਝੂਠ ਨਾਲ ਹੈ, ਸੱਚ ਨਾਲ ਨਹੀਂ। ਉਹ ਝੂਠ ਕਿਸੇ ਰੂਪ ਵਿੱਚ ਵੀ ਹੋਵੇ, ਉਹ ਭਾਵੇਂ ਸਿੱਖ ਦੇ ਰੂਪ ਵਿੱਚ ਹੋਵੇ, ਭਾਵੇਂ ਹਿੰਦੂ ਦੇ ਰੂਪ ਵਿੱਚ ਹੋਵੇ, ਭਾਵੇਂ ਮੁਸਲਮਾਨ ਦੇ ਰੂਪ ਵਿੱਚ ਹੋਵੇ, ਤੇ ਭਾਵੇਂ ਆਮ ਇਨਸਾਨ ਦੇ ਰੂਪ ਵਿੱਚ ਹੋਵੇ। ਝੂਠਾ ਕੋਈ ਵੀ ਇਨਸਾਨ ਹੈ, ਭਾਵੇਂ ਉਹ ਰਾਜਾ ਹੈ, ਭਾਵੇਂ ਪ੍ਰਜਾ ਹੈ, ਭਾਵੇਂ ਕੋਈ ਵੀ ਹੈ, ਬਾਬਾ ਨਾਨਕ ਉਹਦਾ ਵਿਰੋਧ ਕਰੇਗਾ ਤੇ ਰੋਜ਼ ਕਰਦਾ ਰਹੇਗਾ। ਆਖੋ ਸਤਿਨਾਮ ਸ਼੍ਰੀ। ਤੇ ਰੋਜ਼ ਕਹਿੰਦਾ ਮਹਾਰਾਜ ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਮ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮਰਦਾਰ। ਉੱਥੇ ਮਹਾਰਾਜ ਨੇ ਕਿਸੇ ਨੂੰ ਛੱਡਿਆ ਹੀ ਨਹੀਂ। ਆਖੋ ਸਤਿਨਾਮ ਸ਼੍ਰੀ। ਭਾਵੇਂ ਉਹ ਕੋਈ ਗਿਆਨੀ ਹੈ, ਭਾਵੇਂ ਢਾਡੀ ਹੈ, ਭਾਵੇਂ ਰਾਗੀ ਹੈ, ਭਾਵੇਂ ਕੋਈ ਵੀ ਜਿਹੜਾ ਪਖੰਡ ਕਰਦਾ ਹੈ, ਪਖੰਡੀ ਦੇ ਵਿਰੋਧ ਵਿੱਚ ਨੇ ਤੇ ਸੱਚ ਦੇ ਹੱਕ ਵਿੱਚ ਨੇ। ਉਹ ਭਾਵੇਂ ਕਥਾਵਾਚਕ ਹੋਵੇ, ਸੱਚਾ ਹੋਵੇ, ਪੰਡਤ ਹੋਵੇ, ਸੱਚਾ ਹੋਵੇ, ਗਿਆਨੀ ਹੋਵੇ, ਸੱਚਾ ਹੋਵੇ, ਗ੍ਰਸਤੀ ਹੋਵੇ, ਸੱਚਾ ਹੋਵੇ, ਰਾਜਾ ਹੋਵੇ, ਸੱਚਾ ਹੋਵੇ। ਕੋਈ ਵੀ ਇਨਸਾਨ ਸੱਚਾ ਹੈ। ਗੁਰਬਾਣੀ ਨੇ ਉਹਨੂੰ ਪ੍ਰਮਾਣ ਕੀਤਾ ਹੈ। ਉੱਥੇ ਨਾ ਦੇਸ਼ ਵੇਖਿਆ, ਨਾ ਮਜ਼ਹਬ ਵੇਖੀ ਹੈ, ਨਾ ਜਾਤ ਵੇਖੀ ਹੈ। ਗੱਲ ਸੱਚ ਦੀ ਹੈ ਭਰਾਵੋ। ਆਖੋ ਸਤਿਨਾਮ ਸ਼੍ਰੀ। ਗੱਲ ਤਾਂ ਰੱਬੀ ਪ੍ਰੇਮ ਦੀ ਹੈ। ਇਸ ਗੱਲ ਨੂੰ ਸਮਝੋ। ਤਾਂ ਪਖੰਡ ਕਿਸੇ ਰੂਪ ਵਿੱਚ ਵੀ ਹੋਵੇ, ਉਹ ਗੁਰੂ ਨਾਨਕ ਨੇ ਨਹੀਂ ਪ੍ਰਵਾਨ ਕਰਨਾ, ਕਿਉਂਕਿ ਗੁਰੂ ਸਾਹਿਬ ਜੀ ਆਪ ਪਖੰਡੀ ਨਹੀਂ ਨੇ, ਆਪ ਸੱਚੇ ਨੇ। ਤੇ ਸੱਚਾ ਇਨਸਾਨ ਕਦੇ ਪਖੰਡ ਬਰਦਾਸ਼ਤ ਨਹੀਂ ਕਰ ਸਕਦਾ। ਆਖੋ ਸਤਿਨਾਮ ਸ਼੍ਰੀ। ਤਾਂ ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤਾ ਕਿ ਸਾਲ ਗ੍ਰਾਮ ਬ੍ਰਿਪ ਪੂਜ ਮਨਾਵੋ, ਸੁਕਿਰਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਇਆਲਾ। ਮਹਾਰਾਜ ਕਹਿਣ ਲੱਗੇ ਵੇਖੋ ਪੰਡਤੋ, ਤੁਸੀਂ ਸਾਲ ਗ੍ਰਾਮ ਦੀ ਪੂਜਾ ਕਰਕੇ ਇਹ ਪੰਡਤੋ ਰੱਬ ਨੂੰ ਮਨਾਉਣਾ ਚਾਹੁੰਦੇ ਹੋ, ਤੁਲਸੀ ਦੀਆਂ ਮਾਲਾਂ ਲੈ ਕੇ ਰੱਬ ਨੂੰ ਮਨਾਉਣਾ ਚਾਹੁੰਦੇ ਹੋ। ਮਹਾਰਾਜ ਕਹਿੰਦੇ ਰੱਬ ਇੱਦਾਂ ਨਹੀਂ ਉਹ ਮੰਨਦਾ। ਕਿਵੇਂ ਮੰਨਦਾ? ਰਾਮ ਨਾਮ ਜਪ ਬੇੜਾ ਬੰਧੋ, ਰੱਬ ਦੇ ਨਾਮ ਦਾ ਜਪ ਕਰਕੇ ਇਹ ਬੇੜਾ ਆਪਣੇ ਜੀਵਨ 'ਚ ਬੱਧੋ ਤੇ ਰੱਬ ਤੋਂ ਦਇਆ ਮੰਗੋ, ਦਇਆ ਕਰੋ ਦਇਆਲਾ। ਰਾਮ ਦਾ ਨਾਮ ਜਪੋ, ਜਿੰਦੇ ਰਾਮ ਦੇ ਨਾਮ ਤੇ ਰੋਟੀਆਂ ਖਾ ਰਹੇ ਉਹਨਾਂ ਦਾ ਨਾਮ ਵੀ ਜਪ ਲਿਆ ਕਰੋ। ਆਖੋ ਸਤਿਨਾਮ ਸ਼੍ਰੀ। ਉਹ ਰਵੇਂ ਹੋਏ ਰਾਮ ਨੂੰ ਵੀ ਮੰਨ ਲਿਆ ਕਰੋ। ਤਾਂ ਮਹਾਰਾਜ ਕਹਿੰਦੇ ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਇਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਮਹਾਰਾਜ ਕਹਿੰਦੇ ਕਲਰੀ ਧਰਤੀ 'ਚ ਜਿੰਨੇ ਮਰਜ਼ੀ ਬੀਜ ਪਾਈ ਜਾਓ, ਉਹਨੇ ਕੋਈ ਫਲ ਦੇਣਾ ਹੈ। ਆਖੋ ਸਤਿਨਾਮ ਸ਼੍ਰੀ। ਜਿੰਨੇ ਮਰਜ਼ੀ ਪਖੰਡ ਦੇ ਨਾਮ ਤੇ ਧਰਮ ਕਮਾਈ ਜਾਓ, ਉਹਦੇ 'ਚੋਂ ਕੁਝ ਨਹੀਂ ਉਹ ਮਿਲਣਾ, ਦੁੱਖ ਹੀ ਮਿਲਣਾ ਹੈ। ਤੇ ਕਾਚੀ ਢਹਿਗ ਦੀਵਾਲ ਕਾਹੇ ਗੱਚ ਲਾਵੋ ਰਹਾਓ। ਮਹਾਰਾਜ ਕਹਿੰਦੇ ਜਿਹੜੀ ਹੈ ਹੀ ਅੰਦਰੋਂ ਕੱਚੀ ਕੰਧ, ਉਹਦੇ ਤੇ ਜਿੰਨਾ ਮਰਜ਼ੀ ਲੇਪਾ ਪੋਚਾ ਲਾਈ ਜਾਓ, ਉਹਨੇ ਅੰਦਰੋਂ ਕੱਚ ਹੀ, ਭਾਵ ਅੰਦਰੋਂ ਮਿੱਟੀ ਹੋਈ ਕੱਢਣੀ। ਆਖੋ ਸਤਿਨਾਮ ਸ਼੍ਰੀ। ਤਾਂ ਇਹ ਸ਼ਬਦ ਜਿਹੜਾ ਸੀ ਮਹਾਰਾਜ ਜੀ ਨੇ ਉਚਾਰਨ ਕੀਤਾ, ਤਾਂ ਆਪਾਂ ਇਹ ਕੱਲ੍ਹ ਦੇ ਦੀਵਾਨ ਵਿੱਚ ਥੋੜ੍ਹਾ ਜਿਹਾ ਵਿਚਾਰ ਵੀ ਲਵਾਂਗੇ ਇਹਦੇ ਅਰਥ ਕੀ ਨੇ ਦੁਬਾਰਾ। ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਭਲਿਓ ਧਰਮ ਦੀ ਦੁਰਦਸ਼ਾ ਕਿਉਂ ਕਰਦੇ ਹੋ? ਲੋਕਾਂ ਨੂੰ ਤਾਂ ਪਹਿਲਾਂ ਹੀ ਨਹੀਂ ਧਰਮ 'ਤੇ ਵਿਸ਼ਵਾਸ, ਤੇ ਤੁਸੀਂ ਹੋਰ ਪਖੰਡ ਕਰਦੇ ਹੋ। ਵੇਖੋ ਪੈਸਾ ਹੀ ਕਮਾਉਣਾ, ਦੁਨੀਆ ਵਾਧੂ ਕਰਮ ਕਰਦੀ। ਆਖੋ ਸਤਿਨਾਮ ਸ਼੍ਰੀ। ਪੈਸਾ ਹੀ ਕਮਾਉਣਾ ਹੈ ਤੇ ਦੁਨੀਆ ਥੋੜ੍ਹੇ ਧੱਕੇ ਖਾਂਦੀ ਫਿਰਦੀ ਹੈ, ਤੁਸੀਂ ਵੀ ਖਾ ਲਓ। ਆਖੋ ਸਤਿਨਾਮ ਸ਼੍ਰੀ। ਪਰ ਜੇ ਧਰਮ ਦੇ ਨਾਮ 'ਤੇ ਪਖੰਡ ਕਰਨਾ ਸ਼ੁਰੂ ਕਰੋਗੇ ਨਾ, ਇਹ ਬਹੁਤ ਭਾਰੀ ਸਜ਼ਾ ਹੈ, ਦੂਣੀ ਸਜ਼ਾ। ਦੁਨੀਆ ਤੋਂ ਵੀ ਕਈ ਗੁਣੀ ਜ਼ਿਆਦਾ ਸਜ਼ਾ ਹੈ। ਪਤਾ ਕਿਉਂ? ਕਿਉਂਕਿ ਇੱਕ ਤਾਂ ਹੁੰਦਾ ਪਾਪ, ਤੇ ਪਾਪ ਵੀ ਕੀਤਾ ਜਾਏ ਧਰਮ ਦੇ ਨਾਮ ਤੇ ਉਹਨੂੰ ਛਡਾਏਗਾ ਕੌਣ? ਆਖੋ ਸਤਿਨਾਮ ਸ਼੍ਰੀ।
क्योंकि उन्हें तो अपना जीवन तो बर्बाद किया, होरां दा भी जीवन बर्बाद करेगा। क्योंकि लोभी बंदा जो धर्म के नाम ते कर्म देगा ना, उहदे च लालच ही वधेगा, उहदे च संतोख नहीं वधेगा। आखो सतनाम श्री। ते अज साडे बाबे बस गुरबाणी के नाम ते भी लालच ही दे रहे लोगों को, संतोख तो नहीं वध रहा, प्रेम तो नहीं वध रहा। तो बड़ियां गल्लां ने, इन्हां नूं सोचो तो पखंडी लोगों की पछाण करनी शुरू करो। पछाण तां होएगी जे आप सच बनोगे। आखो सतनाम श्री। चोर नूं चोर ही दिसना, चोर की यारी चोर नाल ही हुंदी है। जदों सच बन जाओगे फिर पता लगेगा चोर किहड़ा है ते सच किहड़ा है। आखो सतनाम श्री। भगत किहड़ा है ते पखंडी किहड़ा, जदों आप सच दे राह ते तुरोगे उन्नी देर तक भरम च ही रहोगे। तो आप कुछ ना कुछ बाणी पढ़िया करो, मन्निया करो, नाम बाणी नाल जुड़ते रहो, बड़ा आनंद है। तो पखंड तो बच जाओ, पखंड किसी प्रकार का ना करो। असी एक्टिंग नहीं करनी, मैं पहला कह रहा, असी एक्टर नहीं बनना, असी सच होना है। एक्टिंग नहीं करनी सिक्खी दी, सिक्खी नूं जीवन च रीयल च लैके आउणा है। जे मत्था टेकना तो गुरु नूं टेकना, ये ना सोचो लोग मैनू की वेख रहे आ, जां कह रहे कि मैं बड़ा वधिया मत्था टेकदा, मैं बड़ी वधिया कथा करना, मैं ये जिहड़ी मन दे विच भी ख्याल आई जाना कि मैनू भी लोग कुछ कहण, ये भी एक एक्टिंग ही है। आखो सतनाम श्री। क्योंकि जे तेरी एक्टिंग वेख के किसी ने तेनू दो बोल कह देना, तू बहुत वधिया कीती कथा, तू बहुत वधिया सेवा कीती, कल नूं तुसीं दूनी एक्टिंग उहनूं करके विखाओगे, दूना उनके वालों चलाकियां जिहां करके विखाओगे कि उनके नेड़े नेड़े भजदे फिरोगे, मैनू फिर कुछ कह, कुछ ना कुछ चंगा कह। तो वह बंदगी वाल नहीं तुहानूं लैके जाएगा, हंकार वाल लैके जाएगा, तो किसी की गुलामी में चले जाओगे। यही तो मारदियां चीज़ां। आखो सत। सिक्खी बड़ी बरीक है, ये तो सूक्ष्म गल की, तो बहुत बहुत इस तरह दी गल्लां। तो सिक्खी बड़ी बरीक है। की करना है? अंदरों नीत धारण करी, मैं रब वाले पासे चलना है, प्रेमा भगती करनी है, मैं रब नाल सिंधा। वेखो मैनू तो एक रब का प्यारा कहंदा हुंदा सीगा, उन्हां दी संगत माणी है, वो कहंदा तू ते तेरा गुरु जानदा है कि तू अंदरों किवें दा, दूजे नूं नहीं, दूजे नूं नहीं पता। कहंदा तू गुरु दे सन्मुख रही, लोग तैनूं भावें माड़ा भी कहण ना, जे तैनूं तू अंदरों सच्चा है ना, गुरु नूं पता है कि तू सच्चा है, गुरु नूं खुश करन दा यतन करी, पखंड ना करी। जे गुरु खुश आ तो समझ ला सारा कुछ ही तेरे वास्ते चंगा आ, ते जे लोकां नूं खुश करन ते पै गया ना, तो गुरु वालों पिठ कर लई तो फिर कुछ भी नहीं बनना। आखो सतनाम श्री। क्योंकि गुरु अंदर दी जानदा है, अंदर दी जानदा है। एक्टिंग ना करिए, एक्टिंग ही माड़ी है। आखो सतनाम श्री। ते एक्टरां ने तो भाई पता नहीं किधर किधर जोड़ती दुनिया। आखो सतनाम श्री। सच चाहो, हकीकत चाहो, रियल लाइफ चाहो, एक्टिंग दी दुनिया चों बाहर निकलो, सुपनियां दी दुनिया चों बाहर निकलो, छलावियां दी दुनिया चों बाहर निकलो, अंदरों बाहरों एक हो जाओ। एक्टिंग बहुत वड्डा दुख है तो एक कला है, पर जिहड़े एक्टिंग करते ना उन्होंने पुछ के वेखो किड्डा वड्डा दुख है। आखो सतनाम श्री। बहुत वड्डा दुख है। वो हुंदे उस तरह के नहीं है, पर बन के विखाउणा पैंदा है। तो जिस तरह के होइए ना उस तरह के बन के विखाइए, कितना औखा है। हुण वेखो तुसीं घरे जाके आराम नाल बह जाना, रिलैक्स हो जाना है, तो सुकून च बहना है। जदों आपां किसी पार्टी ते जाना हुंदा, कपड़े कर तंग हो मरदे। आखो सतनाम श्री। कि लोग ना मैनूं माड़ा कह देना। तो एक्टिंग ही दुख का कारण है, होर कोई नहीं है। मैं झूठ च ना जाओ, रियल लाइफ च अपना सुकून च रहो, जिवें दे तुसीं हो तुसीं हो, दूजा कोई नहीं है। तो उस गल नूं पछाणो, नाम बाणी नाल जुड़ो, सच नाल जुड़ो। सच नाल जुड़ के ही भला होना, और किसी चीज़ नाल भला नहीं होना। सो महाराज कृपा करन, होइयां बेअंत भुलां दी खिमा प्रदान करनी। गुरु साहिब जी सबना दा भला करन जी। सतगुरु जी सबना चढ़दी कला दा जीवन बख्शण। वाहिगुरू जी का खालसा, वाहिगुरू जी की फतेह।